ਧੰਨ ਵਾਹਿਗੁਰੂ ਬੜ ਭਾਗੀ ਸੇ ਕਾਂਢੀਐ ਪਿਆਰੇ। ਸਤ ਸੰਗਤ ਜਿਨਾ ਬਾਸੋ ਅੰਮ੍ਰਿਤ ਨਾਮ ਅਰਾਧੀਐ ਨਿਰਮਲੋ ਮਨੈ ਹੋਵੈ ਪਰਗਾਸੋ। ਜਨਮ ਮਰਨ ਦੁਖ ਕਾਟੀਐ ਪਿਆਰੇ ਚੁਕੈ ਜਮ ਕੀ ਕਾਣੀ ਤਿਨਾ ਪ੍ਰਾਪਤ ਦਰਸ਼ਨ। ਨਾਨਕ ਜੋ ਪ੍ਰਭ ਆਪਣੇ ਭਾਣੀ ਊਚ ਅਪਾਰ ਬੇਅੰਤ ਸੁਆਮੀ। ਕੌਣ ਜਾਣੈ ਗੁਣ ਤੇਰੇ ਗਾਵਤੇ ਉਦਰੇ ਸੁਣਤੇ ਉਦਰੇ ਗਾਵਤੇ ਉਦਰੇ ਸੁਣਤੇ ਉਦਰੇ ਬਿਨਸੇ ਪਾਪ ਕਨੇਰੇ। ਪਸ਼ੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰ ਉਤਾਰੇ। ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਿਹਾਰੈ। ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਿਹਾਰੈ। ਚਬਰ ਛਤਰ ਤਖ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਈਮਾਨ ਗੁਰੂ ਪਿਆਰਿਓ, ਆਪ ਸਾਰੇ ਹੀ ਧੰਨਤਾ ਦੇ ਯੋਗ ਹੋ, ਬੜ ਭਾਗੇ ਹੋ। ਸਤਿਗੁਰਾਂ ਦੀ ਬਖਸ਼ਿਸ਼ ਕਿਰਪਾ ਹੋਈ ਹੈ, ਸਤ ਸੰਗਤ ਦੀਆਂ ਅਮੋਲਕ ਘੜੀਆਂ ਪ੍ਰਾਪਤ ਹੋਈਆਂ। ਆਓ ਗੁਰ ਸ਼ਬਦ ਵਿਚਾਰ ਦੀ ਆਪਸ ਵਿੱਚ ਰਲ ਮਿਲ ਕੇ ਸਾਂਝ ਪਾਈਏ। ਗੁਰਫਤਿਹ ਦੀ ਸਾਰੀ ਸੰਗਤ ਨੇ ਸਾਂਝ ਪਾਉਣੀ, ਉਪਰੰਤ ਵਿਚਾਰਾਂ ਆਪਾਂ ਆਪਣੇ ਜੀਵਨ ਦੇ ਵਿੱਚ ਸੁਣ ਕੇ ਪੜ੍ਹ ਕੇ ਕਮਾਉਣ ਦਾ ਯਤਨ ਕਰਾਂਗੇ। ਇੱਕੇ ਵਾਰ ਕਹਿਣ ਤੇ ਗੱਜ ਵੱਜ ਕੇ ਸਾਰੀ ਸੰਗਤ ਨੇ ਬੋਲਣਾ ਜੀ। ਆਖਿਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਵੱਲੋਂ ਬਖਸ਼ਿਸ਼ ਬਿਲਾਵਲ ਰਾਗ ਦੇ ਵਿੱਚ ਆਪਾਂ ਇੱਕ ਸ਼ਬਦ ਦਾ ਲਾਸਟ ਵਾਲਾ ਹਿੱਸਾ ਪੜ੍ਹਿਆ ਹੈ ਤੇ ਗੁਰਦੇਵ ਪਾਤਸ਼ਾਹ ਨੇ ਉਸ ਪਾਵਨ ਸ਼ਬਦ ਵਿੱਚ ਸਾਡੇ ਸਨਮੁਖ ਕੀ ਪਰੋਸ ਕੇ ਰੱਖਿਆਗਾ, ਕੀ ਛਕਣ ਦੇ ਲਈ ਸਾਨੂੰ ਕਹਿੰਦੇ ਨੇ ਤੇ ਕੀ ਅਸੀਂ ਨਹੀਂ ਛਕਣਾ। ਛਕਣ ਤੋਂ ਭਾਵ ਕੀ ਕਰਨਾ ਕੀ ਨਹੀਂ ਕਰਨਾ। ਉਹਦੇ ਪਰਥਾਏ ਮੇਰੇ ਮਾਲਕ ਧੰਨ ਗੁਰੂ ਹਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਕੀ ਉਪਦੇਸ਼ ਹੈ। ਪਾਤਸ਼ਾਹ ਨੇ ਜ਼ਿਕਰ ਕੀਤਾ, ਬੜ ਭਾਗੀ ਸੇ ਕਾਂਢੀਐ ਪਿਆਰੇ।
ਸਤ ਸੰਗਤ ਜਿਨ੍ਹਾਂ ਵਾਸੋ। ਮੇਰੇ ਮਾਲਕ ਨੇ ਪਹਿਲਾਂ ਸਾਨੂੰ ਵਡਿਆਈ ਬਖਸ਼ੀ ਆ, ਉਪਮਾ ਦਿੱਤੀ ਆ, ਸੋਭਾ ਬਖਸ਼ਿਸ਼ ਕੀਤੀ ਆ, ਕਿਉਂਕਿ ਆਪ ਸਭ ਨੂੰ ਪਤਾ ਸੋਭਾ ਕਰਨ ਜਾਂ ਕਰਵਾਉਣ ਦੇ ਦੋ ਪੱਖ ਨੇ। ਜਾਂ ਤਾਂ ਮਤਲਬ ਆਪਾਂ ਸੋਭਾ ਕਰਵਾਉਣੀ ਹੋਵੇ ਜਾਂ ਕਰਨੀ ਹੋਵੇ। ਇੱਕ ਤਾਂ ਹੁੰਦੀ ਆ ਦਿਲ ਚੋਂ ਵਡਿਆਈ ਸੀ। ਮੰਨ ਲਓ ਗੁਲਾਬ ਦਾ ਫੁੱਲ ਹੈ, ਤੁਸੀਂ ਵੀ ਸਹਿਮਤ ਹੋ, ਮੈਂ ਵੀ ਸਹਿਮਤ ਹਾਂ। ਆਪਾਂ ਗੁਲਾਬ ਦੇ ਫੁੱਲ ਦੀ ਕਿਸੇ ਵੀ ਤਰ੍ਹਾਂ ਦੀ ਨਖੇਧੀ ਦਿਲ ਚੋਂ ਕਰ ਨਹੀਂ ਸਕਦੇ। ਭਾਵ ਗੁਲਾਬ ਦੇ ਫੁੱਲ ਨੂੰ ਸਲਾਉਣਾ, ਉਪਮਾ ਕਰਨੀ, ਵਡਿਆਈ ਕਰਨੀ ਸਾਡੀ ਨਾ ਚਾਹੁੰਦਿਆਂ ਹੋਇਆਂ ਵੀ ਮਜਬੂਰੀ ਬਣ ਜੂ, ਸੋਭਾ ਕਰਨੀ ਪਊ। ਤੇ ਇਹਨੂੰ ਕੀ ਕਹਿੰਦੇ ਨੇ? ਸੱਚੀ ਵਡਿਆਈ, ਸੱਚੀ ਸੋਭਾ। ਤੇ ਦੂਸਰਾ ਪੱਖ ਕੀ ਆ? ਆਪਾਂ ਦੂਸਰਾ ਪੱਖ ਲੈ ਲਓ ਵੀ ਦੂਜੇ ਪਾਸੇ ਕਿਸੇ ਸਿਮਲ ਜਾਂ ਅੱਕ ਵਰਗੇ ਰੁੱਖ ਦੀ ਉਦਾਹਰਨ ਲਾ ਲਓ ਵੀ ਦੂਜੇ ਬੰਨੇ ਇੱਕ ਅੱਕ ਦਾ ਪੌਦਾ, ਫੁੱਲ ਉਹਦੇ ਵੀ ਲੱਗੇ ਆ। ਪਰ ਜੇ ਕੋਈ ਕਵੇ ਵੀ ਅੱਕ ਦੀ ਅਸੀਂ ਦਿਲੋਂ ਵਡਿਆਈ ਕਰੀਏ, ਵੀ ਅੱਕ ਤਾਂ ਬਿਲਕੁਲ ਗੁਲਾਬ ਦੇ ਫੁੱਲ ਵਰਗਾ, ਅੱਕ ਦੀ ਤਾਂ ਰੀਸ ਹੀ ਕੋਈ ਨਹੀਂ ਭਾਈ। ਆਪਾਂ ਵਡਿਆਈ ਕਰੀਏ, ਦਿਲ ਚੋਂ ਵਡਿਆਈ ਕਰੀਏ, ਗੁਲਾਬ ਦੇ ਫੁੱਲ ਦੀ ਦਿਲ ਚੋਂ ਨਖੇਧੀ ਕਰੀਏ, ਨਾ ਚਾਹੁੰਦਿਆਂ ਹੋਇਆਂ ਵੀ ਕਰ ਨਹੀਂ ਸਕਦੇ। ਅੱਕ ਵਰਗੇ ਪੌਦਿਆਂ ਦੇ ਫੁੱਲਾਂ ਦੀ ਵਡਿਆਈ ਦਿਲ ਚੋਂ ਕਰੀਏ, ਨਾ ਚਾਹੁੰਦਿਆਂ ਹੋਇਆਂ ਵੀ ਅਸੀਂ ਉਹਦੀ ਸੋਭਾ, ਉਹਦੀ ਵਡਿਆਈ ਕਰ ਨਹੀਂ ਸਕਦੇ। ਜੇ ਹੋਵੇਗੀ ਤਾਂ ਉਹ ਉੱਪਰਲੀ ਜ਼ੁਬਾਨ ਚੋਂ ਆ। ਅੱਕ ਦੀ ਸੋਭਾ ਉੱਪਰੋਂ ਪਤਾ ਵੀ ਸਭ ਨੂੰ ਪੜਤਣਦਾਰ ਆ, ਪਤਾ ਸਭ ਨੂੰ ਵੀ ਫੁੱਲ ਗੁਲਾਬ ਦੇ ਵਰਗਾ ਅੱਕ ਦੇ ਫੁੱਲ ਵਿੱਚ ਰਸ, ਮਕਰੰਦ ਰਸ ਨਹੀਂ ਹੈ, ਪਤਾ ਸਭ ਨੂੰ। ਪਰ ਜੇ ਵਡਿਆਈ ਹੋ ਰਹੀ ਆ, ਉਪਮਾ ਹੋ ਰਹੀ ਆ, ਤਾਂ ਉਹ ਕਿਸੇ ਵਜ੍ਹਾ ਕਰਕੇ ਆ, ਕੋਈ ਕਾਰਨ ਆ ਉਹਦੀ ਵਡਿਆਈ ਕਰਨ ਦਾ। ਹੁਣ ਇਹ ਦੋ ਉਦਾਹਰਨਾਂ ਆਪਾਂ ਲੈ ਲਈਆਂ ਸਨਮੁਖ, ਵੀ ਗੁਲਾਬ ਦੇ ਫੁੱਲ ਦੀ ਨਾ ਚਾਹੁੰਦਿਆਂ ਨਿੰਦਾ ਨਹੀਂ ਕਰ ਸਕਦੇ, ਤੇ ਅੱਕ ਵਰਗੇ ਦਰਖਤਾਂ ਦੀ, ਪੌਦਿਆਂ ਦੀ ਆਪਾਂ ਨਾ ਚਾਹੁੰਦਿਆਂ ਹੋਇਆਂ ਦਿਲ ਚੋਂ ਸੋਭਾ ਨਹੀਂ ਕਰ ਸਕਦੇ। ਹੁਣ ਦੋ ਲਿਆਓ ਮੂਰਤਾਂ ਆਪਾਂ, ਗੁਰੂ ਨਾਲ ਜੁੜੀ ਹੋਈ ਮੂਰਤ, ਇੱਕ ਗੁਰੂ ਨਾਲੋਂ ਟੁੱਟੀ ਹੋਈ ਮੂਰਤ। ਜਿਹੜੀ ਗੁਰੂ ਨੂੰ ਟੁੱਟੀ ਹੋਈ ਮੂਰਤ ਆ ਉਹ ਤਾਂ ਆਪਾਂ ਇਤਿਹਾਸ ਵਿੱਚੋਂ ਲੈ ਲਓ, ਪ੍ਰਿਥੀ ਚੰਦ ਨੂੰ ਬਹਾ ਲਓ, ਤੇ ਇੱਕ ਪਾਸੇ ਆਪਾਂ ਬਹਾ ਲਓ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ। ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਨਾ ਚਾਹੁੰਦਿਆਂ ਹੋਇਆਂ ਵੀ ਅਸੀਂ ਦਿਲ ਦੇ ਵਿੱਚੋਂ ਨਖੇਧੀ ਨਹੀਂ ਕਰ ਸਕਦੇ। ਨਾ ਤਾਂ ਇਤਿਹਾਸਕ ਸਰੋਤਾਂ ਦੇ ਆਧਾਰ ਤੇ ਨਾ ਹੀ ਗੁਰਬਾਣੀ ਦੇ ਆਧਾਰ ਤੇ ਅਸੀਂ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਕਿਸੇ ਵੀ ਤਰ੍ਹਾਂ ਦਿਲ ਦੇ ਵਿੱਚੋਂ ਨਾ ਚਾਹੁੰਦਿਆਂ ਹੋਇਆਂ ਨਖੇਧੀ ਨਹੀਂ ਕਰ ਸਕਦੇ। ਸੋਭਾ ਜ਼ਰੂਰ ਹੋਵੇਗੀ, ਸੋਭਾ ਆਪਣੇ ਆਪ ਹੋਵੇਗੀ, ਸੋਭਾ ਆਪਣੇ ਆਪ। ਤੇ ਇਹਨੂੰ ਕੀ ਕਹਿੰਦੇ ਨੇ? ਸੱਚੀ ਸੋਭਾ। ਤੇ ਦੂਜੇ ਪਾਸੇ ਪ੍ਰਿਥੀ ਚੰਦ ਬੈਠਾ ਗਾ, ਤੇ ਪ੍ਰਿਥੀ ਚੰਦ ਨੂੰ ਅਸੀਂ ਨਹੀਂ ਕਵਾਂਗੇ, ਸਾਡਾ ਇਤਿਹਾਸ ਵੀ ਦੱਸਦਾ ਗਾ ਵੀ ਪ੍ਰਿਥਵੀ ਨੂੰ ਪ੍ਰਿਥੀ ਚੰਦਰਾ ਹੀ ਲਿਖਿਆ ਗਾ। ਤੇ ਚੰਦਰਾ ਕੀ ਆ? ਭਾਵ ਜਿਹਨੂੰ ਇਤਿਹਾਸ ਚੰਦਰਾ ਕਹਿ ਰਿਹਾ ਗਾ, ਜਿਹਨੂੰ ਕੁਦਰਤ ਦੇ ਅਸੂਲ ਮੁਤਾਬਕ ਅੱਕ ਪੜਤਣਦਾਰ ਹੈ। ਕੁਦਰਤ ਵੀ ਕਹਿੰਦੀ ਹੈ ਵੀ ਅੱਕ ਵਿੱਚ ਕੌੜਾ ਪਾਣਾ ਭਾਈ। ਤੇ ਜਿਹੜੇ ਪਾਸੇ ਗੁਰੂ ਦੇ ਇਤਿਹਾਸ ਵਿੱਚ ਪ੍ਰਿਥੀ ਚੰਦ ਨੂੰ ਚੰਦਰਾ ਕਹਿ ਕੇ ਨਵਾਜਿਆ ਨਾ, ਸੋ ਚੇਤਾ ਰੱਖਿਓ, ਪ੍ਰਿਥੀ ਚੰਦ ਦੀ ਨਾ ਚਾਹੁੰਦਿਆਂ ਹੋਇਆਂ ਵੀ ਅਸੀਂ ਦਿਲ ਦੇ ਵਿੱਚੋਂ ਸੋਭਾ ਨਹੀਂ ਕਰ ਸਕਦੇ। ਜੇ ਸੋਭਾ ਕਰਾਂਗੇ ਤਾਂ ਮੰਨ ਲਵੋ ਉਹ ਸਾਡੀ ਆਪਣੀ ਬੇਵਕੂਫੀ ਹੋਵੇਗੀ। ਉਹਨੂੰ ਮੰਨਾਂਗੇ ਵੀ ਅਸੀਂ ਇਹ ਤਾਂ ਚਾਪਲੂਸੀ ਕਰਦੇ ਹਾਂ, ਦਿਲ ਦੇ ਵਿੱਚੋਂ ਸੋਭਾ ਤਾਂ ਹੈ ਨਹੀਂ। ਬਸ ਇਹੀ ਗੱਲ ਇੱਥੇ ਗੁਰੂ ਪਾਤਸ਼ਾਹ ਨੇ ਅੱਜ ਪਹਿਲੇ ਬੰਦ ਵਿੱਚ ਦੱਸ ਦਿੱਤਾ ਵੀ ਜਿਹੜੇ ਰੱਬ ਦੇ ਪਿਆਰੇ ਆ ਨਾ, ਉਹ ਸੱਚੀ ਮੁੱਚੀ ਸੋਭਾ ਕਰਨ ਜਾਂ ਕਰਵਾਉਣ ਦੇ ਲਾਇਕ ਹੁੰਦੇ ਆ। ਚੰਗੇ ਬੰਦੇ ਨੂੰ ਚੰਗਾ ਕਹਿ ਦੇਣਾ ਕੋਈ ਗੁਨਾਹ ਨਹੀਂ ਹੈ। ਫਿਰ ਮੈਂ ਦੁਬਾਰਾ ਰਿਪੀਟ ਕਰਾਂ, ਚੰਗੇ ਨੂੰ ਚੰਗਾ ਕਹਿ ਦੇਣਾ ਕੋਈ ਇਹਦੇ ਵਿੱਚ ਅਤ ਕਥਨੀ ਨਹੀਂ ਹੈ। ਪਰ ਮਾੜੇ ਨੂੰ, ਔਗਣਹਾਰੀ ਨੂੰ, ਟੁੱਟੇ ਹੋਏ ਨੂੰ, ਨਸ਼ਈ ਨੂੰ, ਵਿਸ਼ਈ ਨੂੰ
ਚੰਗਾ ਕਹਿਣਾ ਉਹ ਸਾਡੀ ਬੇਵਕੂਫੀ ਹੈ, ਉਹ ਸਾਡੀ ਚਲਾਕੀ ਹੋ ਸਕਦੀ ਆ, ਉਹ ਸਾਡੇ ਅੰਦਰ ਦੀ ਭਾਵਨਾ ਗੰਦੀ ਆ। ਉਹਦੇ ਕਰਕੇ ਅਸੀਂ ਮਤਲਬ ਕਿ ਕਹਿ ਸਕਦੇ ਹਾਂ ਵੀ ਚੰਗੇ ਨੂੰ ਮਾੜਾ ਕਹਿਣਾ, ਮਾੜੇ ਨੂੰ ਚੰਗਾ ਕਹਿਣਾ। ਬਸ ਇਹ ਤੁਸੀਂ ਸਮਝ ਗਏ ਹੋਵੋਗੇ ਵੀ ਗੁਰੂ ਸਾਹਿਬ ਕਹਿਣਾ ਕੀ ਚਾਹੁੰਦੇ ਨੇ, ਵੀ ਭਾਵ ਜੋ ਸੋਭਾ ਕਰਵਾਉਣ ਦੇ ਲਾਇਕ ਆ ਉਹਦੀ ਸੋਭਾ ਹੋ ਜਾਵੇ ਥੋੜੀ ਹੈ, ਤੇ ਜੋ ਸੋਭਾ ਕਰਵਾਉਣ ਦੇ ਲਾਇਕ ਨਹੀਂ ਹੈ ਉਹਦੀ ਜਿੰਨੀ ਨਖੇਦੀ ਹੋ ਜਾਵੇ ਉਹਨੂੰ ਹੀ ਠੀਕ ਆ। ਕੋਈ ਅੱਤ ਕਥ ਨਹੀਂ ਹੈ ਇਹਦੇ ਵਿੱਚ। ਅੱਜ ਦੇ ਸਮੇਂ ਮੁਤਾਬਕ ਮੰਨ ਲਓ ਜੇ ਆਪਾਂ ਕਹੀਏ ਨਹੀਂ ਜੀ ਸਿੱਖ ਵਾਸਤੇ ਤਾਂ ਨਿੰਦਾ ਕਰਨੀ ਮਾੜਾ, ਕਿਸੇ ਨੂੰ ਮਾੜਾ ਕਹਿਣਾ ਮਾੜੀ ਗੱਲ, ਆਪਾਂ ਕਹਿੰਦੇ ਵੀ ਸਿੱਖ ਵਾਸਤੇ। ਪਰ ਚੇਤਾ ਰੱਖਿਓ ਜਿਹੜਾ ਚੋਰ ਆ ਤੇ ਚੋਰ ਨੂੰ ਚੋਰ ਕਹਿਣਾ ਤਾਂ ਭਾਈ ਕੋਈ ਨਖੇਦੀ ਨਹੀਂ ਹੈ, ਕੋਈ ਨਿੰਦਾ ਨਹੀਂ ਹੈ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਪਹਿਲੇ ਪੁਆਇੰਟ ਦੇ ਵਿੱਚ ਹੀ ਦੱਸ ਦਿੱਤਾ, ਬੜਭਾਗੀ ਸੇ ਕਾਂਢੀਐ ਪਿਆਰੇ। ਵੱਡੇ ਭਾਗਾਂ ਵਾਲੇ ਸਤ ਸੰਗੀ ਜੀਵਾਂ ਨੂੰ ਗੁਰੂ ਇੱਕ ਅਲੱਗ ਬੰਨੇ ਕੱਢ ਲੈਂਦਾ, ਸੋਭਾ ਕਰਨ ਵਾਲਿਆਂ 'ਚ ਕੱਢ ਲੈਂਦਾ। ਕਾਂਢੀਐ ਪਿਆਰੇ, ਫਿਰ ਅੱਗੇ ਪਾਤਸ਼ਾਹ ਜ਼ਿਕਰ ਕਰਦੇ ਨੇ ਸਤ ਸੰਗਤ ਜਿਨ੍ਹਾਂ ਵਾਸੋ। ਇਹ ਵੱਡੇ ਭਾਗਾਂ ਵਾਲੇ ਕਿਹੜੇ ਸਤ ਸੰਗੀ ਨੇ? ਜਿਨ੍ਹਾਂ ਦੇ ਅੰਦਰ ਸਤ ਸੰਗਤ ਕਰਨ ਦਾ ਸੁਭਾਅ ਬਣ ਗਿਆ। ਹੁਣ ਚੇਤਾ ਰੱਖਿਓ ਜਦੋਂ ਸਤ ਸੰਗਤ ਦੇ ਆਪਾਂ ਵਿਚਾਰ ਕਰਦੇ ਆ ਨਾ, ਸਤ ਸੰਗਤ ਦੇ ਵਿਚਾਰ ਕਰਨ ਦੇ ਨਾਲ ਸਾਡੇ ਦਿਮਾਗ ਵਿੱਚ ਇੱਕ ਵਾਰੀ ਖਿਆਲ ਆਵੇਗਾ ਵੀ ਸਰੀਰ ਨੂੰ ਕਿਸੇ ਸਭਾ ਦੇ ਵਿੱਚ ਬਹਾਉਣਾ, ਕਿਸੇ ਗਰੁੱਪ ਦੇ ਵਿੱਚ ਬਹਾਉਣਾ, ਕਿਸੇ ਇਕੱਠ ਦੇ ਵਿੱਚ ਬਹਾਉਣਾ, ਸ਼ਾਇਦ ਇਹਨੂੰ ਸਤ ਸੰਗਤ ਕਿਹਾ ਨਾ। ਉਹ ਆਪਣੇ ਦਿਮਾਗ ਦਾ ਫੁਰਨਾ ਤਾਂ ਹੈ ਵੀ ਇਦਾਂ ਸਤ ਸੰਗਤ ਕਰਨ ਨੂੰ ਕਿਹਾ ਗੁਰੂ ਸਾਹਿਬ ਨੇ, ਨਹੀਂ। ਸਰੀਰ ਨੂੰ ਕਿਸੇ ਗਰੁੱਪ ਦੇ ਵਿੱਚ ਬਹਾ ਕੇ ਵੀ ਬੰਦਾ ਨਾ ਬਹਾਇਆ ਚ ਸ਼ਾਮਲ ਹੋ ਜਾਂਦਾ। ਕਈ ਵਾਰ ਉਦਾਹਰਨ, ਗੁਰੂ ਕੋਲੇ ਬੈਠ ਕੇ ਵੀ ਬੰਦਾ ਗੈਰ ਹਾਜ਼ਰ ਹੋ ਜਾਂਦਾ, ਤੇ ਕਈ ਵਾਰ ਗੁਰੂ ਕੋਲੇ ਸਰੀਰ ਕਰਕੇ ਭਾਵੇਂ ਨਹੀਂ ਬੈਠਾ ਤੇ ਤਾਂ ਵੀ ਭਾਵ ਗੁਰੂ ਕੋਲੇ ਹਾਜ਼ਰੀ ਆਪਣੀ ਲਵਾ ਜਾਂਦਾ ਹੈ। ਇਹ ਗੁਰੂ ਦੀ ਭਾਵ ਅੰਦਰ ਦੇ ਖਿਆਲ ਨੇ, ਭਾਵਨਾ ਗੁਰੂ ਦੀ ਉਪਦੇਸ਼ ਹੈ ਮੇਰੇ ਮਾਲਕ ਦਾ। ਤੇ ਸਤ ਸੰਗਤ ਤੋਂ ਭਾਵ ਕੀ ਹੈ? ਜਿਨ੍ਹਾਂ ਨੇ ਸਤ ਸੰਗਤ ਕੀਤੀ, ਭਾਵ ਸੱਚ ਦੀ ਸੰਗਤ ਕੀਤੀ। ਹੁਣ ਸੱਚ ਦੀ ਸੰਗਤ ਕਰਨ ਲਈ ਇਕੱਠ ਦੀ ਲੋੜ ਨਹੀਂ ਹੈ, ਇਹ ਜ਼ਰੂਰ ਧਿਆਨ 'ਚ ਰੱਖਿਓ। ਫਿਰ ਮੈਂ ਦੁਬਾਰਾ ਨੋਟ ਕਰਵਾਵਾਂ, ਸੱਚ ਦੀ ਸੰਗਤ ਕਰਨ ਲਈ ਇਕੱਠ ਦੀ ਲੋੜ ਨਹੀਂ ਹੈ। ਜੇ ਆਪਾਂ ਕਹੀਏ ਨਾ ਵੀ 100 200 400 500 1000 ਬੰਦਾ ਇਕੱਠਾ ਹੋਵੇ ਫਿਰ ਅਸੀਂ ਸਤ ਸੰਗਤ ਕਰਾਂਗੇ, ਨਾ 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 ਨਾ। ਸਤ ਸੰਗਤ ਕਰਨ ਦੇ ਲਈ ਤਾਂ ਇੱਕੋ ਹੀ ਵਾਧੂ ਆ, ਇੱਕੋ ਹੀ ਜਿਹਨੂੰ ਮਿਲਣਾਗਾ, ਇੱਕ ਉਹ ਇੱਕ ਮੈਂ ਬਸ। ਤੇ ਜਿਹਨੂੰ ਮਿਲਣਾ ਉਹਦਾ ਨਾਂ ਕੀ ਹੈ? ਸੱਚ। ਉਹ ਸੱਚ ਕਿਹੜੇ ਰੂਪ ਚ ਛੁਪਿਆ ਹੋਇਆ? ਗੁਰਬਾਣੀ ਰੂਪ ਚ। ਤੇ ਗੁਰਬਾਣੀ ਮੇਰੀ ਜ਼ੁਬਾਨ ਬੋਲੇ, ਮੇਰੇ ਕੰਨ ਸੁਣਨ, ਮੇਰੀਆਂ ਅੱਖਾਂ ਵੇਖਣ, ਸੁਰਤ ਮੇਰੀ ਪਕੜੇ, ਬਸ ਮੈਂ ਸਤ ਸੰਗੀ ਬਣ ਗਿਆ। ਇੱਕ ਗੁਰੂ ਤੇ ਇੱਕ ਮੈਂ, ਬਹੁਤਿਆਂ ਦੀ ਲੋੜ ਨਹੀਂ। ਹਾਂ ਉਦਾਂ ਪ੍ਰੇਮ ਭਾਵਨਾ ਦੇ ਵਿੱਚ ਇਹ ਗੁਰਮਤ ਕਲਾਸ ਵਿੱਚ ਜਿੰਨੇ ਮਰਜ਼ੀ ਐਡ ਹੋ ਸਕਦੇ ਨੇ। ਜਿਵੇਂ ਗਰੁੱਪ ਬਣਿਆ ਨਾ, ਤੇ ਗਰੁੱਪ ਦੇ ਵਿੱਚ ਜਿੰਨੇ ਮਰਜ਼ੀ ਐਡ ਹੋ ਜਾਣ ਉਹ ਇੱਕ ਵੱਖਰੀ ਗੱਲ ਆ। ਪਰ ਗੁਰੂ ਪਾਤਸ਼ਾਹ ਕਹਿੰਦੇ ਸਤ ਸੰਗਤ ਕਰਨ ਦੇ ਲਈ ਤੈਨੂੰ ਆਪਣਾ ਆਪ ਹੀ ਵਾਧੂ ਹੈ। ਭਾਵ ਇਹ ਨਹੀਂ ਹੈ ਵੀ ਕਾਫੀ ਗਿਣਤੀ ਦੇ ਵਿੱਚ ਲੋਕ ਇਕੱਠੇ ਹੋਣ ਤਾਂ ਸਤ ਸੰਗਤ ਹੋਊਗੀ। ਉਹ ਇੱਕ ਗੁਰਮਤ ਕਲਾਸ ਆ, ਉਹਦੇ ਵਿੱਚ ਬੈਠ ਕੇ ਬੰਦੇ ਦੀ ਉਧਰ ਉਧਰ ਹੀ ਵਡਿਆਈ ਆ, ਸੋਭਾ ਕੀ। ਪਰ ਪਾਤਸ਼ਾਹ ਨੇ ਸਤ ਸੰਗਤ ਕਰਨ ਦੇ ਲਈ ਇੱਕ ਸਾਨੂੰ ਇਸ਼ਾਰਾ ਕਰ ਦਿੱਤਾ, ਤੈਨੂੰ ਗੁਰੂ ਤੇ ਤੈਨੂੰ ਖੁਦ ਆਪਣੇ ਆਪ ਦੀ ਲੋੜ ਹੈ। ਆਪਣੇ ਆਪ ਨੂੰ ਗੁਰੂ ਨਾਲ ਜੋੜ ਲੈ, ਗੁਰੂ ਦੇ ਸੱਚ ਨੂੰ ਆਪਣੇ ਅੰਦਰ ਕਬੂਲ ਕਰ ਲੈ, ਮੰਨ ਲੈ, ਬਸ ਇਹੀ ਸਤ ਸੰਗਤ ਹੈ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ। ਕਿਹੜੀ ਸਤ ਸੰਗਤ ਵਿੱਚ? ਇਹ ਦੁਨੀਆ ਦੇ ਵਿੱਚ ਤਾਂ ਜਿਨ੍ਹਾਂ ਨੇ ਸਤ ਸੰਗਤ ਕਰਨ ਦਾ ਉਪਦੇਸ਼ ਦਿੱਤਾ, ਜਿਨ੍ਹਾਂ ਨੇ ਉਪਦੇਸ਼ ਦਿੱਤਾ ਨਾ, ਉਹ ਖੁਦ ਹੀ ਡੁੱਬ ਗਏ। ਜਿਨ੍ਹਾਂ ਦੇ ਮਗਰ ਲੋਕ ਕਰੋੜਾਂ ਕਰੋੜਾਂ ਦੀ ਗਿਣਤੀ 'ਚ ਲੱਗੇ ਹੋਏ ਸੀ ਨਾ, ਕਿੰਨੇ ਕਿੰਨੇ ਲੱਖਾਂ ਦਾ ਇਕੱਠ ਹੁੰਦਾ ਸੀ, ਤੇ ਫਿਰ ਬਾਬਾ ਟੌਰ ਨਾ ਆਉਂਦਾ ਹੁੰਦਾ ਸੀ, ਤੇ ਖੁਦ ਬਾਬਾ ਵੀ ਡੁੱਬਿਆ ਤੇ ਲੋਕ ਵੀ ਡੁੱਬੇ ਨੇ। ਤੇ ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਮੇਰੇ ਮਾਧੋ ਜੀ, ਸਤ ਸੰਗਤ ਜਿਹੜਾ ਵੀ ਮਨੁੱਖ ਕਰਦਾਗਾ, ਸਤ ਸੰਗਤ ਮਿਲੇ, ਜਿਨ੍ਹਾਂ ਨੂੰ ਮਿਲ ਗਈ, ਭਾਵ ਉਹ ਤਰ ਗਏ। ਹੁਣ ਕਿਹੜੀ ਸਤ ਸੰਗਤ ਦੀ ਗੱਲ? ਉਹ ਵੱਡੇ ਇਕੱਠ ਦੀ ਗੱਲ ਆ। ਇਕੱਠ 'ਚ ਤਾਂ ਜਿੰਨੇ ਬੰਦੇ ਸੀ ਉਹ ਵੀ ਡੁੱਬ ਗਏ, ਤੇ ਜਿਹੜਾ ਇਕੱਠ ਕਰਦਾ ਸੀ ਉਹ ਵੀ ਡੁੱਬ ਗਿਆ। ਤੇ ਹੁਣ ਚੇਤਾ ਰੱਖਿਓ, ਇਹ ਕਿਹੜੇ ਸਤ ਸੰਗਤ ਦੀ ਗੱਲ ਆ? ਆਪਣੇ ਆਪ ਦੀ ਗੱਲ ਆ। ਮੇਰੀਆਂ ਅੱਖਾਂ ਵੀ ਤਰ ਗਈਆਂ, ਇਹ ਮਾੜਾ ਵੇਖਣ ਨੂੰ ਹਟ ਗਈਆਂ। ਹੁਣ ਜਿੱਦੇ ਦਾ ਮੈਂ ਸੱਚ ਦੀ ਖੁਰਾਕ ਦੇਣੀ ਸ਼ੁਰੂ ਕਰ ਦਿੱਤੀ, ਕੰਨ ਸੱਚ ਨੂੰ ਸੁਣਨ ਕਰਕੇ ਮਾੜਾ ਸੁਣਨ ਨੂੰ ਹਟ ਗਏ, ਤਰ ਗਏ। ਜ਼ੁਬਾਨ ਮਾੜਾ ਬੋਲਣੋਂ ਹਟ ਗਈ, ਤਰ ਗਈ। ਹੱਥ ਮਾੜਾ ਕਰਨੋਂ ਹਟ ਗਏ। ਚਲੋ ਇਹਦੇ ਬਾਰੇ ਤੁਸੀਂ ਸਾਰੇ ਸਿਆਣੇ ਹੋ, ਜਾਣਦੇ ਹੋ। ਪੈਰ ਅੱਗੇ ਠੇਕੇ ਵੱਲ ਜਾਂਦੇ ਸੀ, ਅੱਜ ਗੁਰੂ ਘਰ ਵੱਲ ਆਉਣ ਲੱਗ ਗਏ, ਤਰ ਗਏ ਭਾਈ।
ਅੱਗੇ ਕਿਸੇ ਦੇ ਥੱਪੜ ਮਾਰਦੇ ਸੀ, ਅੱਜ ਥਾਪੀ ਦੇਣ ਲੱਗ ਗਏ, ਤਰ ਗਏ ਭਾਈ। ਅੱਗੇ ਕਿਸੇ ਤੋਂ ਖੋਹਦੇ ਸੀ ਇਹੀ ਹੱਥ, ਤੇ ਹੁਣ ਕਿਸੇ ਨੂੰ ਖਵਾਉਣ ਲੱਗ ਗਏ, ਤਰ ਗਏ। ਬਸ ਇਵੇਂ ਆਪਣੇ ਆਪ ਨੂੰ ਇੰਦਰੇ ਤੇ ਗਿਆਨ ਇੰਦਰਿਆਂ ਨੂੰ ਬਦਲ ਕੇ ਹੀ ਪਾਤਸ਼ਾਹ ਜੀ ਕਹਿੰਦੇ ਤੂੰ ਸਤਸੰਗੀ ਬਣ ਸਕਦਾ। ਫਿਰ ਬਖਸ਼ਿਸ਼ ਕੀ ਆ? ਫਿਰ ਪਾਤਸ਼ਾਹ ਜੀ ਕਹਿੰਦੇ ਤੈਨੂੰ ਕੱਲੇ ਨੂੰ ਅਲੱਗ ਕੱਢਿਆ ਜਾਊਗਾ, ਕੱਲੇ ਨੂੰ ਨਾ ਅਲੱਗ ਕੱਢਿਆ ਜਾਊਗਾ। ਤੈਨੂੰ ਤੇਰੀ ਗਿਣਤੀ 'ਚ ਵੱਧ ਹੋ ਸਕਦੇ ਨੇ ਵੀ ਇੱਕ ਇੱਕ ਕਰਕੇ ਕਾਫੀ ਹੋ ਗਏ, ਉਹ ਇੱਕ ਵੱਖਰਾ ਵਿਸ਼ਾ ਹੈਗਾ, ਪਰ ਤੈਨੂੰ ਕੱਲੇ ਨੂੰ ਨਾ ਪੰਜਵੇਂ ਪਾਤਸ਼ਾਹ ਕਹਿੰਦੇ ਫਿਰ ਮੈਂ ਭਾਈ ਪਾਸੇ ਕਰ ਲੂੰ। ਉਦਾਹਰਨ ਗਰੁੱਪ ਆ 50 ਬੱਚਿਆਂ ਦਾ, ਤੇ ਜਿਨ੍ਹਾਂ ਦੇ ਅੰਦਰ ਸਮਝਦਾਰੀ ਆ, ਗਿਆਨ ਆ, ਜਿਨ੍ਹਾਂ ਕੋਲੇ ਬਖਸ਼ਿਸ਼ ਆ, ਟੀਚਰ ਦਾ ਦਿੱਤਾ ਹੋਇਆ ਗਿਆਨ ਸਾਂਭਿਆ ਹੋਇਆਗਾ, ਤੇ ਕਦੇ ਵਕਤ ਆਉਂਦਾ ਤੇ ਟੀਚਰ ਨਾ ਉਹਨਾਂ 40-50 ਬੱਚਿਆਂ ਚੋਂ ਚੋਣ ਕਰਦਾ ਹੁੰਦਾ, ਅੱਜ ਮੈਂ ਕਿਹਨੂੰ ਕਿਹਨੂੰ ਭਾਵ ਚੰਗਿਆਂ ਦੇ ਵਿੱਚ ਕੱਢਾਂ। ਉਹ ਫਿਰ ਯੋਗਤਾ ਮੁਤਾਬਕ ਕੱਢਦਾ ਹੈਗਾ, ਯੋਗਤਾ ਦੇ ਅਨੁਸਾਰ। ਇਵੇਂ ਜਿਵੇਂ ਸਾਡੀ ਯੋਗਤਾ ਕੀ ਹੋਣੀ ਚਾਹੀਦੀ ਆ, ਸਾਡੀ ਯੋਗਤਾ ਗਿਣਤੀ ਨਹੀਂ, ਸਮਾਂ ਨਹੀਂ, ਕਿੰਨਾ ਵੱਧ ਲਾਇਆ, ਗਿਣਤੀ ਕੋਈ ਨਹੀਂ, ਸਮਾਂ ਕੋਈ ਨਹੀਂ, ਯੋਗਤਾ ਕੀ ਆ? ਮੂੰਹ ਦੀਆਂ ਮਿੱਠੀਆਂ ਕੋਈ ਨਹੀਂ, ਚਾਪਲੂਸੀ ਕੋਈ ਨਹੀਂ, ਇਹ ਯੋਗਤਾ ਨਹੀਂ ਹੈ। ਯੋਗਤਾ ਕੀ ਆ? ਕੀ ਤੂੰ ਆਪਣੇ ਆਪ ਨੂੰ ਸਵਾਰ ਲਿਆ ਜਾਂ ਨਹੀਂ ਸਵਾਰਿਆ, ਬਸ ਯੋਗਤਾ ਇਹ ਆ। ਅੱਖਾਂ ਤੇਰੇ ਕਹਿਣੇ ਚੱਲ ਪਈਆਂ, ਹੱਥ ਪੈਰ ਤੇਰੇ ਕਹਿਣੇ ਚੱਲ ਪਏ, ਯੋਗਤਾ ਇਹ ਵੇਖਦਾ ਗੁਰੂ। ਜਿਨ੍ਹਾਂ ਨੇ ਆਪ ਅੱਖ ਆਪਣਾ ਸਵਾਰ ਲਿਆ ਉਹ ਗੁਰੂ ਦੇ ਸਤਸੰਗੀ ਪਿਆਰੇ ਬਣ ਗਏ, ਉਹ ਤਰ ਗਏ ਕਹਿਣ ਤੋਂ ਭਾਵ। ਫਿਰ ਪਾਤਸ਼ਾਹ ਨੇ ਲਿਖਿਆ ਕੀ ਆ? ਪਾਤਸ਼ਾਹ ਕਹਿੰਦੇ ਸਤ ਸੰਗਤ ਜਿਨ੍ਹਾਂ ਵਾਸੋ, ਜਿਨ੍ਹਾਂ ਦਾ ਆ ਸਤ ਸੰਗਤ ਵਿੱਚ ਵਾਸਾ, ਉਹਨਾਂ ਦਾ ਜੀਵਨ ਸਫਲ ਹੈ। ਫਿਰ ਪਾਤਸ਼ਾਹ ਕਹਿੰਦੇ ਨੇ ਅੰਮ੍ਰਿਤ ਨਾਮ ਅਰਾਧੀਐ ਨਿਰਮਲ ਮਨੈ ਹੋਵੇ ਪ੍ਰਗਾਸੋ। ਉਹਨਾਂ ਦੇ ਮਨ ਵਿੱਚ ਨਾ ਅੰਮ੍ਰਿਤ ਨਾਮ ਦਾ ਪ੍ਰਕਾਸ਼ ਹੋ ਜਾਂਦਾ ਭਾਈ। ਉਹਨਾਂ ਦੇ ਦਿਮਾਗ 'ਚ, ਮਨ ਮੀਨਜ ਦਿਮਾਗ, ਦਿਮਾਗ ਦੇ ਵਿੱਚ ਗੁਰੂ ਦਾ ਅੰਮ੍ਰਿਤਮਈ ਨਾਮ। ਅਮਰ ਦਾ ਅਰਥ ਹੁੰਦਾ ਨਾ ਮਰਨ ਵਾਲਾ, ਸਦਾ ਹੀ ਅਮਰ ਰਹਿਣ ਵਾਲਾ, ਤੇ ਗੁਰੂ ਦਾ ਸੱਚਾ ਗਿਆਨ ਸਦਾ ਹੀ ਅਮਰ ਆ, ਸਦਾ ਹੀ ਅਮਰ, ਇਹ ਖਤਮ ਨਹੀਂ ਹੋਵੇਗਾ। ਅੱਛਾ, ਜਿਹੜਾ ਗਿਆਨ ਅੰਮ੍ਰਿਤਮਈ ਨਾਮ ਖਤਮ ਨਹੀਂ ਹੁੰਦਾ, ਇਹਦਾ ਪ੍ਰਕਾਸ਼ ਫਿਰ ਸਾਡੇ ਦਿਮਾਗ 'ਚ ਹੋ ਜਾਂਦਾ। ਇੱਕ ਤਾਂ ਬਾਹਰੀ ਤੌਰ ਤੇ ਪੂਰੇ ਪੰਡਾਲ ਦੇ ਵਿੱਚ, ਦਰਬਾਰ ਦੇ ਵਿੱਚ, ਹਾਲ ਦੇ ਵਿੱਚ ਗੁਰੂ ਪਾਤਸ਼ਾਹ ਦੀ ਬਾਣੀ ਦਾ ਪ੍ਰਕਾਸ਼ ਕੀਤਾ ਜਾਂਦਾ ਹੈਗਾ। ਆਪਾਂ ਸੁਬਾਹ ਕਰਦੇ ਹਾਂ ਰੋਜ਼ਾਨਾ, ਘਰਾਂ 'ਚ ਵੀ ਹੁੰਦਾ ਹੈਗਾ ਖੰਡ ਪਾਠ, ਸਹਿਜ ਪਾਠ, ਉਦਾਂ ਹੋਰ ਰੂਪ ਦੇ ਵਿੱਚ। ਇੱਕ ਹੁੰਦਾ ਦਿਮਾਗ ਦੇ ਵਿੱਚ ਪ੍ਰਕਾਸ਼, ਦਿਮਾਗ ਵਿੱਚ ਪ੍ਰਕਾਸ਼ ਹੁੰਦਾ ਨਾ। ਕਈ ਵਾਰ ਬਾਹਰੀ ਤੌਰ ਤੇ ਪ੍ਰਕਾਸ਼ ਕਰਨ ਤੇ ਸਾਡਾ ਬਹੁਤ ਜ਼ੋਰ ਲੱਗ ਜਾਂਦਾ, ਬਹੁਤ ਜ਼ਿਆਦਾ ਜ਼ੋਰ ਲੱਗ ਜਾਂਦਾ ਹੈਗਾ, ਪਰ ਦਿਮਾਗ 'ਚ ਪ੍ਰਕਾਸ਼ ਨਹੀਂ ਹੁੰਦਾ ਹੈਗਾ। ਤੇ ਕਈ ਵਾਰ ਉਹ ਗੁਰਮੁਖ ਪਿਆਰੇ ਹੁੰਦੇ ਨੇ ਜਿਨ੍ਹਾਂ ਨੇ ਬਾਹਰੀ ਤੌਰ ਤੇ ਨਾ ਪ੍ਰਕਾਸ਼ ਕੀਤਾ, ਨਾ ਪ੍ਰਕਾਸ਼ ਕਰਨ ਵਾਲੇ ਦੀ ਸੇਵਾ 'ਚ ਆਏ ਨੇ, ਪਰ ਦਿਮਾਗ ਦੇ ਵਿੱਚ ਗੁਰੂ ਪ੍ਰਕਾਸ਼ ਹੁੰਦਾ, ਉਹਨਾਂ ਦੇ ਦਿਮਾਗ ਦੇ ਵਿੱਚ ਉਹਨਾਂ ਦੇ ਵੱਲਭ ਹੁੰਦਾ, ਗਿਆਨ ਹੁੰਦਾਗਾ, ਤੇ ਉਹ ਤਰ ਜਾਂਦੇ ਨੇ ਭਾਈ। ਉਹ ਅਨੇਕਾਂ ਹੀ ਅਸੀਂ ਸਾਡੇ ਇਤਿਹਾਸ ਵਿੱਚੋਂ ਮੁਸਲਮਾਨ ਭਰਾਵਾਂ ਦੀਆਂ ਉਦਾਹਰਨਾਂ ਲੈ ਸਕਦੇ ਹਾਂ, ਜਿਨ੍ਹਾਂ ਨੇ ਬਾਹਰੀ ਤੌਰ ਤੇ ਤਾਂ ਸ਼ਾਇਦ ਕੋਈ ਗੁਰੂ ਦੀ ਸੇਵਾ ਨਹੀਂ ਕੀਤੀ, ਬਾਹਰੀ ਤੌਰ ਤੇ ਤਾਂ ਉਹਨਾਂ ਨੇ ਸ਼ਾਇਦ ਕੋਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜ ਕੇ ਆਪਣਾ ਬਤੀਤ ਨਹੀਂ ਜੀਵਨ ਕੀਤਾਗਾ, ਪਰ ਚੇਤਾ ਰੱਖਿਓ ਉਹਨਾਂ ਦੇ ਦਿਮਾਗ ਵਿੱਚ ਗੁਰੂ ਦਾ ਸੱਚ ਜ਼ਰੂਰ ਪ੍ਰਕਾਸ਼ ਹੋਗਾ ਸੀ, ਦਿਮਾਗ ਵਿੱਚ। ਤਾਈਓ ਗੁਰੂ ਸਾਹਿਬ ਨੇ ਇੱਥੇ ਜ਼ਿਕਰ ਕੀਤਾ, ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਦੇ ਫਿਰ ਅੰਮ੍ਰਿਤਮਈ ਨਾਮ ਨਾ ਦਿਮਾਗ 'ਚ ਪ੍ਰਕਾਸ਼ ਹੁੰਦਾ, ਅਸਲ ਦੇ ਵਿੱਚ ਭਾਈ ਉਹ ਲੋਕ ਤਰ ਜਾਂਦੇ ਨੇ। ਹੁਣ ਇੱਥੇ ਸਾਡੀ ਕਮਜ਼ੋਰੀ ਇਹ ਆ ਵੀ ਜਿਹੜਾ ਅੰਮ੍ਰਿਤਮਈ ਨਾਮ ਆ ਨਾ, ਉਹ ਸਾਡੇ ਦਿਮਾਗ 'ਚ ਨਹੀਂ ਪ੍ਰਕਾਸ਼ ਹੋਇਆ, ਬਾਹਰੀ ਤੌਰ ਤੇ ਪ੍ਰਕਾਸ਼ ਬਹੁਤ ਆ। ਬਾਹਰੀ ਤੌਰ ਤੇ 100-100, 200-200, 50-50, 51-51 ਅਖੰਡ ਪਾਠ, ਸਹਿਜ ਪਾਠ ਪ੍ਰਕਾਸ਼ ਨੇ ਭਾਈ। ਜਿਹੜੇ ਮਰਜੀ ਡੇਰੇ 'ਚ ਫਰੋਲ ਲੋ, ਜਾ ਕੇ ਡੇਰਾ ਫਰੋਲ ਲੋ, ਜਿਹੜੇ ਮਰਜੀ ਥਾਂ ਤੇ ਜਾ ਕੇ। ਅੱਛਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨਾ ਪੂਰੇ ਨਹੀਂ ਹੁੰਦੇਗੇ, ਪਿੰਡਾਂ 'ਚੋਂ ਲਿਜਾਣੇ ਪੈਂਦੇ। ਆਪਣੇ ਏਰੀਏ 'ਚ ਵੀ ਹੈਗਾ ਸਿਸਟਮ, ਇਹ ਨਹੀਂ ਹੈ ਵੀ ਨਹੀਂ ਹੈ, ਇੱਥੇ ਵੀ ਹੈਗਾਗਾ, ਪਰ ਅਰਥ ਭਾਵ ਕੀ ਬਣ ਗਿਆ? ਪਿੰਡਾਂ ਦੇ ਵਿੱਚੋਂ, ਗੁਰੂ ਘਰਾਂ ਦੇ ਵਿੱਚੋਂ ਵੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਜਾਂਦੇ ਆ, ਤੇ ਸੱਚਖੰਡ ਜਿਹੜਾ ਗੁਰੂ ਪਾਤਸ਼ਾਹ ਦਾ ਸੁਖਾਸਨ ਸਥਾਨ ਆ ਨਾ, ਉਹ ਵਿਹਲਾ ਹੋ ਜਾਂਦਾਗਾ। ਬਾਹਰੀ ਤੌਰ ਤੇ ਪ੍ਰਕਾਸ਼ ਬਹੁਤ ਹੋ ਗਏ, ਲੈਣਾ ਲੱਗ ਗਈਆਂ, ਪਰ ਦਿਮਾਗ ਦੇ ਵਿੱਚ ਪ੍ਰਕਾਸ਼ ਨਹੀਂ ਹੋਇਆ, ਦਿਮਾਗ ਜੇ ਪੱਥਰ ਬਣਿਆ ਪਿਆ ਹੈਗਾ। ਤੇ ਅੱਗੇ ਪਾਤਸ਼ਾਹ ਨੇ ਫਿਰ ਜ਼ਿਕਰ ਕੀ ਕੀਤਾਗਾ? ਕਹਿੰਦੇ ਜਨਮ ਮਰਨ ਦੁੱਖ ਕਾਟੀਐ ਪੈਰੈ, ਚੁੱਕੈ ਜਮ ਕੀ ਫਾਸਾ। ਕਹਿੰਦੇ ਫਿਰ ਉਹਨਾਂ ਦੀ ਜ਼ਿੰਦਗੀ ਦੇ ਵਿੱਚੋਂ ਭਾਈ ਜਨਮ ਤੇ ਮਰਨ ਦਾ ਚੱਕਰ ਆ ਜਿਹੜਾ ਕੱਟਿਆ ਜਾਂਦਾ, ਜਮ ਦੀ ਫਾਹੀ ਤੋਂ, ਜਮ ਦੀ ਸਰਕਵੀ ਰੱਸੀ ਤੋਂ ਨਾ ਉਹ ਬਚ ਜਾਂਦੇ ਨੇ, ਮਤਲਬ ਵਿਸ਼ੇ ਵਿਕਾਰਾਂ ਤੋਂ ਉਹਨਾਂ ਦੀ ਜ਼ਿੰਦਗੀ ਮੁਕਤ ਹੋ ਜਾਂਦੀ ਆ।
ਤੇ ਆਪਾਂ ਹੀ ਕਰਨਾਗਾ। ਆਪਾਂ ਹੀ ਫਿਰ ਇਹੀ ਕਰਨਾ ਵੀ ਆਪਣੇ ਦਿਮਾਗ ਦੇ ਵਿੱਚ ਅੰਮ੍ਰਿਤਮਈ ਨਾਮ ਨੂੰ ਪ੍ਰਕਾਸ਼ ਕਰਨਾ, ਸੱਚੇ ਸਤ ਸੰਗੀ ਬਣਨਾ। ਸੱਚੇ ਸਤ ਸੰਗੀ ਇਕੱਠ ਨਹੀਂ, ਭਾਵ ਆਪਣੇ ਦਿਮਾਗ ਦੇ ਵਿੱਚ ਗੁਰੂ ਨਾਲ ਥੋੜੇ ਥੋੜੇ ਵਿਚਾਰ ਕਰਨੇ ਨੇ। ਤੂੰ ਕੀ ਕਹਿਣਾ, ਸਾਡੇ ਵਿਚਾਰ ਕੀ ਨੇ। ਫਿਰ ਅੱਗੇ ਪਾਤਸ਼ਾਹ ਨੇ ਜ਼ਿਕਰ ਕੀਤਾ, ਕਹਿੰਦੇ ਤਿੰਨਾ ਪ੍ਰਾਪਤ ਦਰਸ਼ਨ, ਕਹਿੰਦੇ ਉਹਨਾਂ ਨੂੰ ਫਿਰ ਗੁਰੂ ਦੇ ਦਰਸ਼ਨ ਪ੍ਰਾਪਤ ਹੋ ਜਾਂਦੇ ਨੇ ਭਾਈ। ਤੇ ਨਹੀਂ ਬਾਹਰੀ ਤੌਰ ਤੇ ਆਪਾਂ ਦਰਸ਼ਨ ਸਾਰੇ ਕਰਦੇ ਆਂ, ਤੁਸੀਂ ਵੀ ਅਸੀਂ ਵੀ, ਇਧਰੋਂ ਉਧਰੋਂ ਹੋਰ ਆਉਣ ਵਾਲੇ ਵੀ, ਸਾਰੀ ਆਪਾਂ ਬਾਹਰੀ ਤੌਰ ਦਰਸ਼ਨ ਕਰਦੇ ਆਂ। ਪਰ ਗੁਰੂ ਸਾਹਿਬ ਨੇ ਕੰਡੀਸ਼ਨ ਦਿੱਤੀ ਆ, ਕਹਿੰਦੇ ਗੁਰੂ ਦੇ ਦਰਸ਼ਨ ਉਹਨਾਂ ਨੂੰ ਹੁੰਦੇ ਨੇ ਜਿਨ੍ਹਾਂ ਨੇ ਅੰਮ੍ਰਿਤਮਈ ਬਾਣੀ ਨੂੰ ਆਪਣੇ ਦਿਮਾਗ 'ਚ ਸੰਭਾਲਿਆ। ਬਾਹਰੀ ਤੌਰ ਤੇ ਜਿੰਨਾ ਮਰਜ਼ੀ ਦਰਸ਼ਨ ਕਰ ਲਓ। ਇੱਕ ਛੋਟੀ ਜਿਹੀ ਉਦਾਹਰਨ ਲੈ ਲਓ, ਗੁਰੂ ਪਾਤਸ਼ਾਹ ਦੇ ਘਰ ਵਿੱਚੋਂ, ਜਿਵੇਂ ਕਿ ਆਪਾਂ ਸਾਰੇ ਜਾਣਦੇ ਹੋ, ਤੁਸੀਂ ਸੂਝਵਾਨ ਹੋ, ਜਿੰਨੇ ਵੀ ਹੋ ਸਮਝਦਾਰ ਹੋ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪੁੱਤਰ ਆ, ਜਿਹਦੀ ਆਪਾਂ ਹੁਣ ਪਹਿਲਾਂ ਉਦਾਹਰਨ ਲੈਤੀ ਹੈ, ਪ੍ਰਿਥੀ ਚੰਦ। ਸੋਚ ਕੇ ਦੇਖੋ, ਨਾਨਾ ਵੀ ਗੁਰੂ ਆ ਤੀਜੇ ਪਾਤਸ਼ਾਹ, ਬਾਪ ਵੀ ਗੁਰੂ ਆ, ਤੇ ਅੱਗੇ ਭਰਾ ਵੀ ਗੁਰੂ ਆ, ਭਰਾ ਵੀ ਗੁਰੂ ਆ ਨਾ, ਤੇ ਅੱਗੇ ਤਾਇਆ ਚਾਚਾ ਛੇਵੇਂ ਪਾਤਸ਼ਾਹ ਉਹ ਵੀ ਗੁਰੂ ਨੇ। ਤੇ ਚੇਤਾ ਰੱਖਿਓ, ਇਦਾਂ ਪੀੜ੍ਹੀ ਦਰ ਪੀੜ੍ਹੀ ਦੇ ਵਿੱਚ ਗੁਰੂ ਗੁਰੂ ਆਉਂਦੇ ਨੇ ਤੇ ਗੁਰੂਆਂ ਦੇ ਦਰਸ਼ਨ ਵੀ ਕੀਤੇ। ਨਾਨੇ ਗੁਰੂ ਨੇ ਲੋਰੀਆਂ ਵੀ ਦਿੱਤੀਆਂ ਨੇ, ਬਾਪ ਗੁਰੂ ਨੇ ਮੋਢਿਆਂ ਤੇ ਵੀ ਚੱਕ ਕੇ ਖੜਾ ਹੈਗਾ, ਭਰਾ ਗੁਰੂ ਦੇ ਨਾਲ ਇਕੱਠੇ ਖੇਡੇ ਵੀ ਨੇ, ਭਾਵ ਇਕੱਲੇ ਦਰਸ਼ਨ ਕੀਤੇ ਨਹੀਂ, ਗੁਰੂਆਂ ਦੇ ਨਾਲ ਅਟੈਚਮੈਂਟ ਵੀ ਰਹੀ ਆ, ਸਰੀਰਕ ਸੰਪਰਕ ਵੀ ਰਿਹਾਗਾ, ਹਨਾ, ਪਰ ਤਰਿਆ ਨਹੀਂ ਹੈ। ਜੇ ਉਹ ਨਹੀਂ ਤਰਿਆ ਫਿਰ ਅਸੀਂ ਕਿਵੇਂ ਦਰ ਜਾਾਂਗੇ। ਹੋਰ ਉਦਾਹਰਨ ਲੈ ਲਓ, ਪਿੱਛੇ ਬਾਜੋ ਦਾਤੂ ਦਾਸੂ ਫੇਲ ਨੇ, ਚਲੋ ਗੁਰੂ ਦੇ ਪੁੱਤ ਨੇ, ਸਤਿਕਾਰਯੋਗ ਨੇ। ਸ੍ਰੀ ਚੰਦ ਵਰਗੇ, ਲਖਮੀ ਦਾਸ ਵਰਗੇ ਗੁਰੂ ਦੀ ਵਿਚਾਰਧਾਰਾ ਤੋਂ ਮੁਨਕਰ ਹੋਣ ਕਰਕੇ ਫੇਲ ਵਿਦਿਆਰਥੀਆਂ ਚ ਨੇ। ਫੇਲ ਚ ਗੁਰਮਤਿ ਦੇ ਅਨੁਸਾਰ ਉਹਨਾਂ ਨੂੰ ਮਾਨਤਾ ਕੋਈ ਨਹੀਂ, ਹਾਂ ਉਦਾਂ ਸਤਿਕਾਰ ਆ ਵੀ ਗੁਰੂ ਦੇ ਪੁੱਤ ਨੇ ਉਹ। ਇਸ ਕਰਕੇ ਪਾਤਸ਼ਾਹ ਜੀ ਕਹਿੰਦੇ, ਜੇ ਉਹ ਗੁਰੂ ਦੇ ਪੁੱਤ ਸਰੀਰਕ ਤਲ ਤੇ ਹੋਣ ਕਰਕੇ ਫੇਲ ਹੋ ਗਏ ਤਾਂ ਫਿਰ ਸਾਡਾ ਤਾਂ ਫੇਲ ਹੋਣਾ ਭਾਈ ਬਹੁਤ ਸੌਖਾ। ਅਸੀਂ ਕਿਤੇ ਮਾਣ ਨਾ ਕਰ ਜਾਈਏ ਵੀ ਅਸੀਂ ਤਾਂ ਬਾਹਰੀ ਤੌਰ ਤੇ ਦਰਸ਼ਨ ਕਰਕੇ ਜ਼ਿੰਦਗੀ ਸਫਲ ਕਰ ਜਾਵਾਂਗੇ। ਅੰਮ੍ਰਿਤਮਈ ਬਾਣੀ ਨੂੰ ਆਪਣੇ ਦਿਮਾਗ ਦੇ ਵਿੱਚ ਰੱਖਣ ਦਾ ਯਤਨ ਕਰੀਏ, ਤਾਂ ਹੀ ਅਸਲੀ ਦਰਸ਼ਨ ਆਪਾਂ ਗੁਰੂ ਸਾਹਿਬ ਦੇ ਕਰ ਸਕਦੇ ਹਾਂ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਕਹਿੰਦੇ ਊਚ ਅਪਾਰ ਬੇਅੰਤ ਸੁਆਮੀ। ਊਚ ਅਪਾਰ, ਉਹ ਮਾਲਕ ਪਰਮੇਸ਼ਰ ਪਰਮਾਤਮਾ ਦੀ ਬੇਅੰਤ ਖੇਡ ਹੈ, ਮੇਰੇ ਗੁਰੂ ਦੀ ਕਹਿ ਲੋ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੇਅੰਤ ਖੇਡ ਹੈ, ਵੱਡੀ ਖੇਡ ਹੈ ਜੀ। ਆਪਾਂ ਇਹ ਵੀ ਕਹਿ ਸਕਦੇ ਆ, ਉਹ ਮਾਲਕ ਪਰਮੇਸ਼ਰ ਜੀ ਦਾ ਨਾ ਜਿੰਨਾ ਵੀ ਆਪਾਂ ਗੁਣ ਗਾ ਲਵਾਂਗੇ, ਸੋਭਾ ਕਰ ਲਵਾਂਗੇ, ਜਸ ਕਰ ਲਵਾਂਗੇ, ਉਨਾ ਹੀ ਥੋੜਾ ਗਾ। ਤੇਰੀ ਕਬਣ ਕਬਣ ਗੁਣ ਕਹਿ ਕਹਿ ਗਾਵਾਂ, ਵੀ ਮੈਂ ਤੇਰੇ ਕਿੰਨੇ ਗੁਣ ਗਾ ਸਕਦਾ। ਇੱਕ ਦੂ ਜੀ ਭੋ ਲੱਖ ਹੋ ਹੈ, ਭਾਵੇਂ ਇੱਕ ਜੀਵ ਦੀ ਬਜਾਏ ਨਾ ਲੱਖ ਹੀ ਹੋਣ, ਲੱਖ ਹੋਵੇ ਲੱਖ 20, ਭਾਵ ਉਦੋਂ ਅੱਗੇ ਹੋਰ ਡਬਲ ਜੀਭਾਂ ਹੋਣ, ਪਰ ਮੈਂ ਫਿਰ ਵੀ ਤੇਰੀ ਉਪਮਾ ਸੰਪੂਰਨ ਨਹੀਂ ਕਰ ਸਕਦਾ। ਤੇਰੀ ਉਪਮਾ, ਤੇਰੀ ਵਡਿਆਈ ਸੰਪੂਰਨ ਨਹੀਂ ਕਰ ਸਕਦਾ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਊਚ ਅਪਾਰ, ਉਹ ਮਾਲਕ ਪਰਮੇਸ਼ਰ ਬੇਅੰਤ ਸੁਆਮੀ, ਕੌਣ ਜਾਣੈ ਗੁਣ ਤੇਰੇ। ਤੇਰੇ ਗੁਣਾਂ ਦਾ ਅੰਤ ਪਾ ਨਹੀਂ ਸਕਦਾ, ਪਰ ਤੇਰੇ ਗੁਣ ਗਾ ਕੇ ਬੰਦਾ ਤਰ ਜ਼ਰੂਰ ਜਾਊਗਾ। ਤੇਰੇ ਬਾਣੀ ਨੂੰ, ਤੇਰੇ ਸ਼ਬਦ ਨੂੰ, ਤੇਰੇ ਗਿਆਨ ਨੂੰ ਆਪਣੇ ਦਿਮਾਗ 'ਚ ਰੱਖ ਕੇ ਨਾ ਬੰਦਾ ਠੋਕਰਾਂ ਤੋਂ ਜ਼ਰੂਰ ਬਚ ਜਾਊਗਾ। ਉਦਾਹਰਨ, ਸੂਰਜ ਨੂੰ ਕਮਰੇ 'ਚ ਬੰਦ ਨਹੀਂ ਕੀਤਾ ਜਾ ਸਕਦਾ, ਪਰ ਸੂਰਜ ਦੀ ਇੱਕ ਕਿਰਨ ਹੀ ਕਾਫੀ ਹੈ ਸਾਡੀ ਜ਼ਿੰਦਗੀ ਨੂੰ ਸਹੀ ਰਾਹ ਤੇ ਤੋਰਨ ਲਈ। ਸੂਰਜ ਦੀ ਇੱਕ ਕਿਰਨ ਹੀ ਕਾਫੀ ਆ, ਪਰ ਜੇ ਪੂਰੇ ਸੂਰਜ ਤੇ ਕਬਜ਼ਾ ਕਰਨਾ ਚਾਹੀਏ ਨਾ, ਤੇ ਪੂਰੇ ਸੂਰਜ ਤੇ ਕਬਜ਼ਾ ਕਰਨਾ ਸਾਡੀ ਸਭ ਤੋਂ ਵੱਡੀ ਬੇਵਕੂਫੀ ਹੋਵੇਗੀ। ਇਵੇਂ ਜਿਵੇਂ ਉਹ ਪਰਮਾਤਮਾ ਗੁਰੂ ਇੱਕ ਬਹੁਤ ਵੱਡਾ ਸੂਰਜ ਆ, ਜਿਸ ਸੂਰਜ ਦਾ ਅਸੀਂ ਅੰਤ ਨਹੀਂ ਪਾ ਸਕਦੇ। ਜੀ ਚਾਹੀਏ ਨਾ, ਜਿਵੇਂ ਬਾਬੇ ਕਹਿੰਦੇ ਨੇ ਜੀ ਫਲਾਨ, ਆਪਾਂ ਹੀ ਕਹਿੰਦੇ ਬਾਬੇ ਤਾਂ ਛੱਡੋ, ਬਾਬੇ ਨੇ ਤਾਂ ਕਹਿਣੀ ਕਹਿਣਾ, ਆਪਾਂ ਹੀ ਕਹਿੰਦੇ ਫਲਾਨੇ ਬਾਬੇ ਨੇ ਤਾਂ ਭਾਈ ਰੱਬ ਵੱਸ ਚ ਕੀਤਾ ਹੋਇਆ। ਨਾ ਨਾ ਨਾ, ਕਾਹਨੂੰ ਕੀਤਾ ਹੋਇਆ? ਜੇ ਬਾਬੇ ਨੇ ਵੱਸ ਚ ਕੀਤਾ ਫਿਰ ਤਾਂ ਗੱਲ ਹੀ ਖਤਮ ਹੋ ਜੇ। ਫਿਰ ਤਾਂ ਬਾਬਾ, ਇੰਨੀ ਦੁਨੀਆ ਔਖੀ ਆ, ਦੁਨੀਆ ਦੀ ਸੋਭਾ ਖੱਟਣ ਦੇ ਲਈ ਬਾਬੇ ਦੀ ਵਡਿਆਈ ਹੋਈ ਆ ਵੀ ਬਾਬੇ ਨੇ ਰੱਬ ਵੱਸ ਚ ਕੀਤਾ। ਜੇ ਦੁਨੀਆ ਦੀ ਸੋਭਾ ਖੱਟਣੀ ਆ ਤੇ ਬਾਬਾ ਫਿਰ ਮੋਦੀ ਵਰਗਿਆਂ ਦਾ ਭੋਗ ਪਵਾ ਦੇ, ਹਨਾ, ਕਹਿ ਕੇ ਰੱਬ ਤੋਂ। ਪਰ ਨਹੀਂ, ਇਹ ਨਹੀਂ ਹੋ ਸਕਦਾ, ਉਹ ਕਿਸੇ ਦੇ ਵੱਸ ਵਿੱਚ ਹੈ ਹੀ ਨਹੀਂ।
ਨਾ ਤੂੰ ਆਵੇ ਬਸ ਬਹੁਤ ਘਣਾਵਣੇ। ਉਹ ਮਾਲਕ ਪਰਮਾਤਮਾ ਨਾ ਘਿਣੇ ਪਾਉਣ ਨਾ ਬਸ ਚਾਵੇ, ਨਾ ਜਪ ਤਪ ਕਰਨਾ ਬਸ ਚਾਵੇ, ਨਾ ਤੂੰ ਆਵੇ ਬਸ ਦਾਤੀ ਕੀਤਾ ਪੁੰਨ, ਭਾਵੇਂ ਤੂੰ ਜਿੰਨਾ ਮਰਜ਼ੀ ਪੁੰਨ ਕਰੀ ਚੱਲ, ਨਾ ਉਹ ਪੁੰਨ ਕਰਨਾ ਬਸ ਚਾਵੇ। ਚਲੋ ਕਹਿਣ ਤੋਂ ਭਾਵ ਵੀ ਉਹ ਪਰਮਾਤਮਾ ਕਿਸੇ ਇੱਕ ਦੇ ਵਸ ਵਿੱਚ ਨਹੀਂ ਹੈ, ਨਾ ਕਿਸੇ ਇੱਕ ਦੇ ਕਹਿਣੇ 'ਚ ਹੈ। ਉਹ ਪਰਮਾਤਮਾ ਆਜ਼ਾਦ ਹੈ। ਜੇ ਪਰਮਾਤਮਾ ਆਜ਼ਾਦ ਹੈ, ਪਰਮਾਤਮਾ ਦੇ ਬੋਲ ਧੁਰ ਕੀ ਬਾਣੀ ਆਈ, ਉਹ ਧੁਰ ਕੀ ਬਾਣੀ ਵੀ ਆਜ਼ਾਦ ਹੈ। ਤੇ ਆਜ਼ਾਦ ਬਾਣੀ ਨੇ ਸਾਨੂੰ ਕੀ ਦੱਸ ਦਿੱਤਾ ਵੀ ਉਹ ਪਰਮਾਤਮਾ ਦੀ ਇੱਕੋ ਹੀ ਕਿਰਨ, ਮਤਲਬ ਇੱਕੋ ਹੀ ਅੱਖਰ, ਇੱਕੋ ਹੀ ਪਰਮਾਤਮਾ ਦਾ ਸ਼ਬਦ ਤੇਰੇ ਲਈ ਕਾਫੀ ਹੈ, ਸਾਡੇ ਲਈ ਬਹੁਤ ਵੱਡਾ ਹੈ। ਫਿਰ ਪਾਤਸ਼ਾਹ ਨੇ ਜ਼ਿਕਰ ਕੀ ਕੀਤਾ, ਗਾਵ ਤੇ ਉਧਰੇ ਸੁਣ ਤੇ ਉਧਰੇ। ਗਾਉਣ ਵਾਲਿਆਂ ਦਾ ਵੀ ਉਧਾਰ ਹੋ ਜਾਂਦਾ ਤੇ ਸੁਣਨ ਵਾਲਿਆਂ ਦਾ ਵੀ ਉਧਾਰ ਹੋ ਜਾਂਦਾ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ, ਗਾਵ ਤੇ ਉਧਰੇ ਸੁਣ ਤੇ ਉਧਰੇ, ਬਿਨ ਸਹਿ ਪਾਪ ਕਨੇਰੇ। ਜਿੰਨੇ ਵੀ ਤੇਰੀ ਜ਼ਿੰਦਗੀ 'ਚ ਕਨੇਰੇ ਤੋਂ ਭਾਵ ਵੱਧ ਤੋਂ ਵੱਧ ਤੂੰ ਪਾਪ ਇਕੱਠੇ ਕੀਤੇ ਨੇ, ਇਕੱਤਰ ਕੀਤੇ ਨੇ, ਤੇ ਸਾਰੇ ਪਾਪ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਦੀ ਸੋਭਾ ਵਡਿਆਈ ਕਰਨ ਦੇ ਨਾਲ ਕੱਟੇ ਜਾਂਦੇ ਨੇ। ਪਾਪ ਕੀ ਹੁੰਦੇ ਨੇ? ਪਾਪ ਸਾਡਾ ਦਿਮਾਗ ਕਰਦਾ, ਸਾਡੀ ਸੁਰਤ ਕਰਦੀ ਆ। ਅਪਰਾਧ ਸਰੀਰ ਕਰਦਾਗਾ। ਪਾਪ ਅੰਦਰੇ ਅੰਦਰ ਹੁੰਦੇ ਨੇ, ਅਪਰਾਧ ਬਾਹਰ ਹੁੰਦੇ ਹੱਥਾਂ ਦੇ ਨਾਲ। ਅਪਰਾਧਾਂ ਦੀ ਸਜ਼ਾ ਦੁਨੀਆ 'ਚ ਹੈ, ਵੈਸੇ ਅੱਜ ਤਾਂ ਹੈ ਹੀ ਨਹੀਂ। ਚਲੋ ਆਪਾਂ ਇੱਕ ਸਮਝਣ ਵਾਸਤੇ ਗੱਲ ਕਰਦੇ ਆਂ ਵੀ ਅਪਰਾਧੀ ਮਨੁੱਖਾਂ ਦੇ ਲਈ ਕੋਰਟ ਕਚਹਿਰੀਆਂ ਅਦਾਲਤਾਂ ਥਾਣੇ ਬਣੇ ਹੋਏ ਨੇ, ਪਰ ਪਾਪ ਕਰਨ ਵਾਲਿਆਂ ਦੇ ਲਈ ਕੋਈ ਕੋਰਟ ਕਚਹਿਰੀ ਅਦਾਲਤ ਥਾਣਾ ਨਹੀਂ, ਜਿਹੜੇ ਪਾਪ ਕਰਦੇ ਨੇ। ਪਾਪ ਕਰਨ ਵਾਲਿਆਂ ਲਈ ਤਾਂ ਇੱਕੋ ਹੀ ਇੱਕ ਥਾਣਾ ਸਭ ਤੋਂ ਵੱਡਾ, ਇੱਕੋ ਹੀ ਇੱਕ ਕੋਰਟ ਕਚਹਿਰੀ, ਉਹ ਕਿਹੜਾ? ਰੱਬੀ ਦਰਗਾਹ। ਪਰਮਾਤਮਾ ਦਾ ਹੁਕਮ, ਪਰਮਾਤਮਾ ਦਾ ਨਿਯਮ। ਪਰਮਾਤਮਾ ਆਪਣੇ ਹੁਕਮ ਦੇ ਵਿੱਚ ਪਾਪੀਆਂ ਨੂੰ ਸਜ਼ਾ ਦਿੰਦਾ। ਪਾਪੀ ਕੋ ਡੰਡ ਦਿਓਰੇ, ਧਰਮੀਆਂ ਕਾ ਜੈਕਾਰ। ਰੱਬ ਦੇ ਪਿਆਰਿਆਂ ਦਾ ਉਹ ਵਾਹਿਗੁਰੂ ਪਰਮੇਸ਼ਰ ਪਰਮਾਤਮਾ ਸ਼ੋਭਾ ਕਰਦਾ, ਵਡਿਆਈ ਦਿੰਦਾ। ਜਿਵੇਂ ਸੌਖੀ ਉਦਾਹਰਨ ਦਿੰਦਾ, ਚਲੋ ਲੱਗੂ ਤਾਂ ਔਖੋ ਹੀ। ਆਪਾਂ ਪਹਿਲੇ ਦਿਨ ਵੀ ਗੱਲ ਕੀਤੀ, ਜਿੱਦੇ ਕਾਮਰੇਡ ਲਾਣੇ ਨੇ ਇੱਕ ਸਾਡੀ ਕੌਮ ਦਾ ਕੋਈ ਗੁਰੂ ਦਾ ਪਿਆਰਾ ਹੈਗਾ। ਆਪਾਂ ਨੂੰ ਗੁਰਸਿੱਖ ਨਹੀਂ ਜਾਂ ਖਾਲਸੇ ਦਾ ਰੂਪ ਨਹੀਂ ਦਿੱਤਾ, ਰੱਬ ਦਾ ਪਿਆਰਾ, ਗੁਰੂ ਦਾ ਪਿਆਰਾ, ਜਿਹਨੇ ਕੁਛ ਚੰਗਾ ਕੀਤਾ, ਜਿਹਨੇ ਕੁਛ ਸਿਧਾਂਤ ਦੇ ਅਨੁਸਾਰ, ਇਤਿਹਾਸ ਦੇ ਅਨੁਸਾਰ ਕੁਝ ਕੀਤਾ ਨਾ, ਨਾਲ ਦੀ ਨਾਲ ਸਰਟੀਫਿਕੇਟ ਕਾਹ ਦਿੱਤਾ ਸੀਗਾ? ਗਦਾਰ ਦਾ, ਨਾਲ ਦੀ ਨਾਲ ਦਿੱਤਾ ਸੀਗਾ ਕਾਮਰੇਡ ਲਾਣੇ ਨੇ। ਚਲੋ ਵਾਹਿਗੁਰੂ ਭਲਾ ਕਰੇ। ਅੱਛਾ, ਤੇ ਹੁਣ ਕੀ ਆ? ਹੁਣ ਅੰਦਰ ਮਚੇਵਾ ਪੈਦਾ ਹੋ ਗਿਆ ਨਾ। ਭਾਵ ਮੇਰੇ ਕਹਿਣ ਤੋਂ ਭਾਵ ਵੀ ਉਹ ਪਰਮਾਤਮਾ ਜੋ ਕਰ ਰਿਹਾ, ਜੋ ਕਰਵਾ ਰਿਹਾਗਾ, ਉਹ ਸਭ ਕੁਝ ਉਹਦੇ ਹੁਕਮ ਦੇ ਵਿੱਚ ਆ। ਪਰ ਉਹਨੂੰ ਪਤਾ ਵੀ ਕਿਹੜਾ ਠੀਕ ਆ ਤੇ ਕਿਹੜਾ ਚੰਗਾ, ਕਿਹੜਾ ਗਲਤ ਆ, ਕਿਹੜਾ ਚੰਗਾ, ਕਿਹੜਾ ਘਟੀਆ, ਕਿਹੜਾ ਵਧੀਆ, ਉਹਨੂੰ ਸਭ ਪਤਾ ਹੈਗਾ। ਇੱਥੇ ਕਹਿਣ ਤੋਂ ਮੁਰਾਦ ਇਹ ਆ ਵੀ ਪਰਮਾਤਮਾ ਸਭ ਦੇ ਬਾਰੇ ਜਾਣਦਾ ਹੈ, ਉਹਨੂੰ ਸਭ ਬਾਰੇ ਪਤਾ ਹੈ ਵੀ ਕਿੱਥੇ ਕੀ ਹੁੰਦਾਗਾ। ਚਲੋ ਇੰਨਾ ਕਹਿਣ ਤੋਂ ਭਾਵ ਕੀ ਹੈ ਵੀ ਪਰਮਾਤਮਾ ਭਾਈ ਪਾਪੀਆਂ ਨੂੰ ਜ਼ਰੂਰ ਸਜ਼ਾ ਦਿਵਾਉਂਦਾਗਾ। ਉਹ ਸਜ਼ਾ ਕਿਹੜੇ ਰੂਪ 'ਚ ਦਿਵਾਉਂਦਾ? ਜਿਹਨੂੰ ਗਦਾਰ ਕਿਹਾ ਉਹਦੀ ਤਾਂ ਵਡਿਆਈ ਆ, ਜਾਗੇ ਹੋਏ ਲੋਕ ਵਡਿਆਈ ਕਰਦੇ ਨੇ ਨਾ। ਤੇ ਜਿਹਨੇ ਕਿਹਾ ਸ਼ਾਇਦ ਉਹਨਾਂ ਦਾ ਅੱਜ ਮਤਲਬ ਕਿ ਮੇਰੇ ਅਨੁਸਾਰ, ਜਿੰਨੀ ਕਿ ਮੇਰੀ ਮੱਤ ਬੁੱਧ ਆ, ਉਹਨਾਂ ਦਾ ਜਿਹੜਾ ਸਿਸਟਮ ਆਗਾ, ਜਿਹੜੀ ਉਹਨਾਂ ਦੀ ਅੱਜ ਦੀ ਮਤਲਬ ਕਿ ਪੋਜੀਸ਼ਨ ਆ, ਉਹ ਖੁਦ ਗਦਾਰੀ ਦਾ ਲੇਬਲ ਲਵਾਉਣ ਦੇ ਲਈ 24 ਘੰਟਿਆਂ ਦੇ ਵਿੱਚੋਂ ਇੱਕ ਵੀ ਮਿੰਟ ਐਸਾ ਨਹੀਂ ਹੈ ਜਿੱਥੇ ਉਹ ਨਾ ਸੋਚਦੇ ਹੋਣ ਵੀ ਆਪਾਂ ਗਦਾਰੀ ਦਾ ਲੇਬਲ ਨਾ ਲਵਾਈਏ। ਗਦਾਰੀ ਦਾ ਲੇਬਲ ਲਵਾਉਣ ਦੇ ਲਈ ਉਹ 24 ਘੰਟੇ ਤਿਆਰ ਬੈਠੇ ਨੇਗੇ, ਪਰ ਕੋਈ ਬਾਹ ਨਹੀਂ ਚੱਲ ਰਹੀਗੀ। ਕਹਿੰਦੇ ਕੁਛ ਨਹੀਂ ਹੁੰਦਾ ਜੇ ਗਦਾਰੀ ਦਾ ਲੇਬਲ ਲੱਗ ਜੂ ਤਾਂ ਕੀ ਹੁੰਦਾ? ਕਹਿੰਦੇ ਅੱਜ ਤੱਕ ਜਦੋਂ ਦਾ ਅਸੀਂ ਇਹ ਲਾਣੇ 'ਚ ਸ਼ਾਮਲ ਹੋਏ ਆ ਨਾ, ਉਹ ਤੁਸੀਂ ਸਾਰੇ ਸਮਝਦੇ ਹੋ, ਇਹ ਲਾਣੇ 'ਚ ਜਿੱਦਾਂ ਦੇ ਸ਼ਾਮਲ ਹੋਏ ਆ, ਇੱਕ ਵੀ ਕੰਮ ਨਹੀਂ ਹੈ ਜਿਹੜਾ ਅਸੀਂ ਵਿਕਣ ਤੋਂ ਬਗੈਰ ਨਾ ਕੀਤਾ ਹੋਵੇ। ਤੇ ਗੁਰੂ ਦਾ ਸਿੱਖ ਇੱਕ ਵੀ ਕੰਮ ਨਹੀਂ ਹੈ ਜਿਹੜਾ ਕਦੇ ਜ਼ਮੀਰ ਨਾਲ ਨਾ ਕੀਤਾ ਹੋਵੇ। ਵਿਕਣ ਵਾਲਾ ਤਾਂ ਪੱਖ ਹੀ ਖਤਮ ਆ। ਇੱਥੇ ਤਾਂ ਰੱਬ ਦੇ ਪਿਆਰੇ ਨਾ ਘਾਹ ਖੋਤਣ ਵਾਲੇ, ਉਹਨਾਂ ਨੇ ਵੀ ਆਪਣਾ ਆਪਾ ਨਹੀਂ ਵੇਚਿਆ ਹੈਗਾ। ਉਹ ਵੀ ਭਾਵ ਮੌਕੇ ਦੇ ਬਾਦਸ਼ਾਹ ਨੂੰ ਕੱਖਾਂ ਦੀ ਪੰਡ ਪਹਿਲਾਂ ਰੱਖੀ ਆ ਪੈਰਾਂ 'ਚ, ਮਗਰੋਂ ਚੱਕ ਲਈ। ਬਾਦਸ਼ਾਹ ਕਹਿੰਦਾ ਰੱਖ ਦੇ, ਰੁਪਈਆਂ ਦੀ ਪੰਡ ਮਿਲ ਜੂ, ਪਰ ਕੱਖਾਂ ਦੀ ਪੰਡ ਚੱਕ ਕੇ ਨਾ ਕੱਖਾਂ ਨਾਲੋਂ ਵੀ ਹੌਲਾ ਕਰਤਾ ਸੀਗਾ। ਉਹ ਆਪਾਂ ਨੂੰ ਪਤਾ ਵੀ ਰੱਬ ਦੇ ਪਿਆਰੇ ਨਹੀਂ ਵਿਕਦੇਗੇ, ਤੇ ਪਰ ਸਾਡੇ ਸਮਾਜ 'ਚ ਉਹ ਲਾਣਾ ਅੱਜ ਵਿਕਣ ਦੇ ਲਈ ਤਿਆਰ ਆ। ਪਰ ਗੁਰੂ ਕਿਰਪਾ ਕਰੇ, ਸੁਮਤ ਦੇਵੇ, ਨਾ ਵਿਕੇ, ਆਪਣੀ ਅਰਦਾਸ ਤਾਂ ਇਹੀ ਹੋਊਗੀ। ਸੋ ਸੱਚੇ ਪਾਤਸ਼ਾਹ ਕਹਿੰਦੇ ਪਰ ਪਾਪ ਉਹਨਾਂ ਮਨੁੱਖਾਂ ਦੀ ਭਾਈ ਅੰਦਰੋਂ ਬਿਰਤੀ ਕਰਦੀ ਆ। ਉਹ ਪਾਪ ਜਦੋਂ ਅੰਦਰ ਵੱਧ ਜਾਂਦੇ ਆ ਨਾ, ਫਿਰ ਉਹ ਸਾਡੇ ਹੱਥਾਂ ਤੇ ਵੀ ਆ ਜਾਂਦੇ ਨੇ, ਪੈਰਾਂ ਤੇ ਵੀ ਆ ਜਾਂਦੇ ਨੇ,
ਸਾਡੇ ਸਰੀਰ ਤੱਕ ਆ ਜਾਂਦੇ ਨੇ ਅਪਰਾਧ ਦੇ ਰੂਪ 'ਚ। ਫਿਰ ਬੰਦਾ ਕਤਲ ਕਰਦਾ, ਬਲਾਤਕਾਰ ਕਰਦਾ, ਹੋਰ ਮੰਦੇ ਕੰਮ ਕਰਦਾ। ਜਦੋਂ ਪਾਪ ਅੰਦਰ ਵੱਧ ਜਾਣ ਤੇ ਜਿੰਨਾ ਟਾਈਮ ਅੰਦਰ ਹੁੰਦੇ ਨੇ ਉਹਨਾਂ ਟਾਈਮ ਉਹ ਦੀਂਦੇ ਨਹੀਂ ਕਿਸੇ ਨੂੰ। ਪਰਮਾਤਮਾ ਜਾਣਦਾ ਗਾ, ਉਹ ਵਾਹਿਗੁਰੂ ਜਾਣਦਾ ਵੀ ਇਹਦੇ ਅੰਦਰ ਪਾਪ ਹਨ ਜਾਂ ਨਹੀਂ। ਚਲੋ, ਪਰ ਪਾਤਸ਼ਾਹ ਨੇ ਇੱਥੇ ਸਾਨੂੰ ਇਸ਼ਾਰਾ ਕਰ ਦਿੱਤਾ ਵੀ ਭਾਈ ਰੱਬ ਦੇ ਗੁਣ ਗਾਉਣ ਵਾਲਾ, ਰੱਬ ਨਾਲ ਜੁੜਨ ਵਾਲਾ, ਰੱਬ ਦੀ ਸ਼ੋਭਾ ਵਡਿਆਈ ਕਰਨ ਵਾਲਾ ਪਾਪਾਂ ਤੋਂ ਮੁਕਤ ਹੋ ਜਾਂਦਾ। ਰੱਬ ਦੀ ਵਡਿਆਈ ਆਪਣੇ ਲਈ ਸੌਖਾ ਸਾਧਨ ਕੀ ਹੈ? ਬਹੁਤ ਰੂਪ ਨੇ ਰੱਬ ਦੀ ਵਡਿਆਈ ਕਰਨ ਲਈ। ਕੋਈ ਮਾਲਾ ਫੇਰਦਾ, ਕੋਈ ਜਪ ਕਰਦਾ, ਕੋਈ ਤਪ ਕਰਦਾ, ਕੋਈ ਕੁਛ ਤੁਸੀਂ ਸਾਰੇ ਜਾਣਦੇ ਹੋ। ਸੱਚੀ ਰੱਬ ਦੀ ਵਡਿਆਈ, ਗੁਰੂ ਦਾ ਗਿਆਨ ਪ੍ਰਾਪਤ ਕਰਨਾ ਤੇ ਅੱਗੋਂ ਗੁਰੂ ਦਾ ਗਿਆਨ ਪ੍ਰਾਪਤ ਕਰਕੇ ਜੋ ਸਾਨੂੰ ਕੁਝ ਪ੍ਰਾਪਤ ਹੋਇਆ, ਜੋ ਵੀ ਸਾਨੂੰ ਕੁਝ ਮਿਲਿਆ, ਉਹ ਮਿਲੇ ਤੇ ਰੱਬ ਦੀ ਸ਼ੋਭਾ ਕਰਨੀ, ਰੱਬ ਦਾ ਸ਼ੁਕਰ ਕਰਨਾ, ਇਹ ਰੱਬ ਦੀ ਵਡਿਆਈ ਆ। ਗਿਆਨ ਮਿਲਿਆ, ਗਿਆਨ ਕੀ ਕਹਿੰਦਾ? ਚੰਗਾ ਕੰਮ ਕਰ। ਅਸੀਂ ਚੰਗਾ ਕੰਮ ਆਰੰਭ ਕਰ ਲਿਆ, ਚੰਗਾ ਕੰਮ ਹੋਣ ਲੱਗ ਗਿਆ, ਹੁਣ ਲੋਕ ਵਡਿਆਈ ਕਰਨ ਲੱਗ ਗਏ। ਅਸੀਂ ਗੁਰੂ ਦੀ ਕੀਤੀ, ਗੁਰੂ ਨੇ ਸਾਨੂੰ ਸਿੱਖਿਆ ਦਿੱਤੀ ਵੀ ਆਹ ਕੰਮ ਕਰ, ਉਹਦੇ ਅਨੁਸਾਰ ਅਸੀਂ ਸ਼ੋਭਾ ਖੱਟਣ ਲੱਗ ਗਏ। ਜਦੋਂ ਸਾਡੀ ਸ਼ੋਭਾ ਹੋਣ ਲੱਗ ਗਈ, ਫਿਰ ਹੰਕਾਰੀ ਨਹੀਂ ਬਣਨਾ, ਫਿਰ ਰੱਬ ਦਾ ਸ਼ੁਕਰ ਕਰਨਾ, ਰੱਬ ਦਾ ਧੰਨਵਾਦ ਕਰਨਾ। ਆਹ ਰੱਬ ਦੀ ਵਡਿਆਈ ਕਰਨ ਦਾ ਤਰੀਕਾ। ਰੱਬ ਨੇ ਮੈਨੂੰ ਪਰਿਵਾਰ ਦਿੱਤਾ, ਰੱਬ ਦੀ ਵਡਿਆਈ ਕਰਾਂ। ਰੱਬ ਨੇ ਮੈਨੂੰ ਭੈਣ ਭਰਾ ਦਿੱਤੇ ਨੇ, ਰੱਬ ਦੀ ਵਡਿਆਈ ਕਰਾਂ। ਕੁਝ ਵੀ ਦਿੱਤਾ, ਬਸ ਉਹਦੀ ਹਰ ਟਾਈਮ ਆਪਣੇ ਪਰਿਵਾਰ ਵਿੱਚ, ਆਪਣੇ ਪਰਿਵਾਰ ਵੱਲ ਨਿਗਾਹ ਮਾਰ ਕੇ ਹੀ ਵਡਿਆਈ ਕਰਨੀ ਆ। ਬਸ ਇੰਨਾ ਕੰਮ ਕਰਨਾਗਾ। ਫਿਰ ਪਾਤਸ਼ਾਹ ਜੀ ਕਹਿੰਦੇ ਨਾ, ਜਦੋਂ ਤੂੰ ਗਿਆਨ ਤੋਂ ਸਿੱਖਿਆ ਲੈ ਕੇ, ਗਿਆਨ ਨੂੰ ਆਪਣੇ ਦਿਮਾਗ 'ਚ ਰੱਖ ਕੇ ਰਸਤਾ ਤੈਅ ਕਰਨਾ ਸ਼ੁਰੂ ਕਰ ਦਿੱਤਾ, ਸਮਝ ਲਾ ਵੀ ਤੇਰੇ ਪਾਪ ਕੱਟੇ ਗਏ। ਕਦੇ ਸੱਜਣ ਠੱਗਾ ਪਾਪੀ ਆ ਵਿਚਾਰਾ, ਕਰਦਾ ਨਾ ਪਾਪ, ਆਪਾਂ ਨੂੰ ਸਾਰਿਆਂ ਨੂੰ ਪਤਾ। ਭੂਮੀਆਂ ਚੋਰ ਆ, ਚੋਰੀਆਂ ਕਰਦਾਗਾ। ਨੂਰ ਸ਼ਾਹ ਜਾਦੂਗਰਨੀ ਵਰਗੀਆਂ ਨੇ, ਰੋਜ਼ਾਨੀ ਪਾਪ ਕਰਦੀਆਂ ਨੇ। ਗਣਕਾ ਪਾਪਣ, ਦੇਖੋ ਮੈਂ ਨਹੀਂ ਕਹਿੰਦਾ, ਭਾਈ ਗੁਰਦਾਸ ਜੀ ਕਹਿੰਦੇ ਨੇ, ਗਣਕਾ ਪਾਪਣ ਹੋਏ ਕੈ। ਅੱਗੇ ਕੀ ਕੀਤਾਗਾ? ਪਾਪਾਂ ਕਾ ਗਲ ਹਾਰ ਪਰੋਤਾ। ਪਾਪਾਂ ਦਾ ਗਲ ਵਿੱਚ ਹਾਰ ਪਾਇਆ ਹੋਇਆ। ਲੋਕਾਂ ਨੂੰ ਪਤਾ ਬੇਸਵਾ ਇਹ ਮੰਦੇ ਕੰਮ ਕਰਦੀ ਆ, ਸਭ ਨੂੰ ਪਤਾ। ਗਲ ਹਾਰ ਪਾਉਣ ਤੋਂ ਭਾਵ ਸਭ ਨੂੰ ਪਤਾ ਮੰਦੜੇ ਕੰਮ ਕਰਦੀ ਆ, ਪਰ ਅਚਾਨਚੱਕ ਮਹਾਂਪੁਰਖ ਗਣਕਾ ਬਾੜੇ ਜਾਏ ਖਲੋਤਾ। ਫਿਰ ਕੋਈ ਰੱਬ ਦਾ ਪਿਆਰਾ ਨਾ ਉਹਦੇ ਬਾੜੇ ਵਿੱਚ ਵਗ ਗਿਆ, ਬਾੜਾ ਮੀਂਜੋ ਦੇ ਅੱਡੇ ਤੇ ਵਗ ਗਿਆ। ਉਹਦੇ ਅੱਡੇ ਤੇ ਜਾ ਕੇ ਉਹਨੂੰ ਸਮਝਾਇਆ ਨਾ, ਪਿਆਰ ਨਾਲ ਉਹਨੂੰ ਸਮਝਾਇਆ, ਤੇਰੇ ਵਾਸਤੇ ਘਟੀਆ ਕੰਮ ਨੇ, ਇਹ ਮੰਦੜੇ ਕੰਮ ਛੱਡ ਦੇ। ਪਰ ਇੱਕ ਵਾਰੀ ਨਹੀਂ ਸਮਝੀ, ਪਰ ਕੋਈ ਸਾਧਨ ਦਿੱਤਾ, ਕੋਈ ਮਤਲਬ ਕਿ ਇਸ਼ਾਰਾ ਕਰ ਦਿੱਤਾ ਵੀ ਚਲੋ ਜੇ ਤੂੰ ਨਹੀਂ ਇਹ ਕੰਮ ਕਰਨਾ, ਸਾਡਾ ਕੰਮ ਕਰ ਦੇ। ਫਿਰ ਉਹ ਆਪਦਾ ਕੰਮ ਕਰਾਉਣ ਦੇ ਚੱਕਰ 'ਚ ਗਣਕਾ ਤੋਤੇ ਨੂੰ ਰਾਮ ਰਾਮ ਕਰਾਉਣ ਦੇ ਚੱਕਰ 'ਚ ਨਾ ਖੁਦ ਰਾਮ ਦਾ ਰੂਪ ਬਣ ਗਈ। ਅਜਾਮਲ ਪਾਪੀ ਜਗ ਜਾਣੈ, ਕਨੌਜ ਦੇ ਰਹਿਣ ਵਾਲਾ। ਗੁਰੂ ਪਾਤਸ਼ਾਹ ਨੇ ਕਿਹਾ ਨਾ ਵੀ ਭਾਈ ਸਾਰੇ ਹੀ ਜਗ ਜਾਣਦਾ ਪਾਪੀ ਆ, ਮੰਦੜੇ ਕੰਮ ਕਰਦਾਗਾ। ਪਰ ਇੱਕ ਦਿਨ ਉਹ ਪਾਪੀ ਦਾ ਵੀ ਗੁਰੂ ਪਾਤਸ਼ਾਹ ਨਾਲ ਜੁੜ ਕੇ, ਰੱਬ ਨਾਲ ਜੁੜ ਕੇ ਕਹਿ ਲੋ, ਜ਼ਿੰਦਗੀ ਤਬਦੀਲ ਹੋ ਗਈ, ਬਦਲ ਗਈ। ਇਹਨੂੰ ਕਿਹਾ ਜਾਂਦਾਗਾ ਗੁਰੂ ਸਭ ਤੋਂ ਵੱਡਾ ਵੈਦ ਆ, ਜਿਹੜਾ ਪਾਪਾਂ ਵਾਲੀ ਵਿਰਤੀ ਨੂੰ ਕੱਟ ਕੇ ਨਾ ਦਰੁਸਤ ਜ਼ਿੰਦਗੀ ਦੇਣ ਦਾਗਾ, ਤੰਦਰੁਸਤ ਜ਼ਿੰਦਗੀ ਦੇਣ ਦਾਗਾ। ਫਿਰ ਇੱਥੇ ਪਾਤਸ਼ਾਹ ਲਿਖਿਆ ਬਿਨਸੇ ਪਾਪ ਘਨੇਰੇ। ਚਲੋ ਕਹਿਣ ਤੋਂ ਭਾਵ ਵੀ ਜੋ ਵੀ ਸਾਡੀ ਸੋਚ ਵਿਚਾਰ ਮੰਦੜੇ ਖਿਆਲ ਨੇ, ਗੁਰੂ ਭਾਈ ਉਹਨਾਂ ਖਿਆਲਾਂ ਨੂੰ ਕੱਟ ਦਿੰਦਾ ਹੈ। ਜਦੋਂ ਗੁਰੂ ਉਹਨਾਂ ਖਿਆਲਾਂ ਨੂੰ ਕੱਟ ਦੇਵੇ, ਫਿਰ ਅਸੀਂ ਜ਼ਿੰਦਗੀ ਸੋਹਣੀ ਜਿਉਣੀ ਸ਼ੁਰੂ ਕਰ ਦਿੰਦੇ ਹਾਂ। ਫਿਰ ਕੈਸਾ ਜੀਵਨ ਬਣਦਾਗਾ? ਪਸ਼ੂ ਪ੍ਰੇਤ ਮੁਗਧ ਕਉ ਤਾਰੇ। ਇੱਥੇ ਤਿੰਨ ਚੀਜ਼ਾਂ ਦਾ ਨਾਂ ਲੈਤਾ। ਪਹਿਲੇ ਨੰਬਰ ਤੇ ਕਿਹਾ ਪਸ਼ੂ, ਫਿਰ ਕਿਹਾਗਾ ਪ੍ਰੇਤ, ਫਿਰ ਕਿਹਾਗਾ ਮੁਗਧ। ਹੁਣ ਤਿੰਨੀ ਉਹ ਕੈਟਾਗਰੀ ਦੇ ਜੀਵਾਂ ਦਾ ਨਾਂ ਲੈਤਾ ਗੁਰੂ ਸਾਹਿਬ ਨੇ, ਜਿਹੜਿਆਂ ਨੂੰ ਜਿੰਨਾ ਮਰਜ਼ੀ ਢੋਲ ਵਜਾਈ ਚੱਲੋ, ਰੱਤੀ ਭਰ ਵੀ ਸਾਡਾ ਢੋਲ ਵਜਾਉਣ ਦੇ ਨਾਲ ਅਕਲ ਨਹੀਂ ਆ ਸਕਦੀ। ਪਹਿਲਾ ਕੀ ਕਿਹਾਗਾ? ਪਸ਼ੂ। ਪਸ਼ੂ ਨੂੰ ਜਿੰਨਾ ਮਰਜ਼ੀ ਪੜ੍ਹਾਈ ਚੱਲੋ, ਜਿੰਨਾ ਮਰਜ਼ੀ, ਜਿਹੜੀ ਮਰਜ਼ੀ ਯੂਨੀਵਰਸਿਟੀ 'ਚ ਲਾਓ, ਕਾਲਜ 'ਚ ਲਾਓ, ਕਿਸੇ ਮਰਜ਼ੀ ਸਕੂਲ ਦੇ ਵਿੱਚ ਭੇਜੋ, ਪਰ ਪਸ਼ੂ ਪਸ਼ੂ ਹੀ ਹੈ। ਠੀਕ ਆ, ਉਹਨੂੰ ਡਾਂਗਾ ਡੂੰਗਾ ਨਾਲ ਆਪਾਂ ਇੰਨਾ ਥੋੜਾ ਸਮਝਾ ਸਕਦੇ ਆ ਵੀ ਜਦੋਂ ਤੇਰਾ ਸੰਗਲ ਲਾਹਾਂਗੇ ਸਿੱਧਾ ਪਾਣੀ ਤੇ ਵਗ ਜੀ, ਸੰਗਲ ਲਾਇਆ ਸਿੱਧਾ ਖੁਲਣੀ ਤੇ ਵਗ ਜੀ, ਸੰਗਲ ਲਾਤਾ ਸਿੱਧਾ ਟੋਬੇ ਤੇ ਵਗ ਜੀ। ਇੰਨਾ ਕੁ ਮਾੜਾ ਮੋਟਾ ਉਹਦੇ 'ਚ ਤਬਦੀਲੀ ਆ ਸਕਦੀ ਆ, ਪਰ ਇਹ ਨਹੀਂ ਹੈ ਵੀ ਉਹਦੇ 'ਚੋਂ ਪਸ਼ੂ ਵਰਤੀ ਨਿਕਲ ਜੂ। ਪਸ਼ੂ ਪਸ਼ੂ ਹੀ ਰਹੇਗਾ। ਪਰ ਇੱਥੇ ਪਸ਼ੂ ਕਿਹਦੀ ਗੱਲ ਕੀਤੀ ਆ? ਸਾਡੀ ਗੱਲ ਕੀਤੀ ਆ। ਤੇ ਪਰ ਸਾਡੇ ਬਾਬਿਆਂ ਨੇ ਇਹ ਪੰਕਤੀ ਦੇ ਅਰਥ ਨਾ ਬਾਹਰੀ ਤੌਰ ਤੇ ਕੀਤੇ ਨੇ। ਬਾਹਰੀ ਤੌਰ ਤੇ ਵੀ ਬਾਬੇ ਦਾ ਘੋੜਾ ਵੀ ਤਰ ਗਿਆ, ਬਾਬੇ ਕੋਲੇ ਮੱਝਾਂ ਰੱਖੀਆਂ ਉਹ ਵੀ ਤਰ ਗਈਆਂ, ਬਾਬੇ ਕੋਲੇ ਫਲਾਨਾ ਪਸ਼ੂ ਸੀ ਉਹ ਵੀ ਤਰ ਗਿਆ। ਨਾ 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 ਨਾ, ਪਸ਼ੂ ਨੂੰ ਕੋਈ ਵੀ ਗਿਆਨ ਦਾ ਅਸਰ ਨਹੀਂ ਹੋ ਸਕਦਾ। ਹੁਣ ਮੰਨ ਲਓ 5-7 ਮੱਝਾਂ, 5-7 ਕੁੱਤੇ, ਆ ਦਰਬਾਰ ਸਾਹਿਬ ਛੱਡ ਦੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਲਈ ਸਰਮੌਰ ਸ਼ਕਤੀ ਆ, ਸਭ ਤੋਂ ਵੱਡਾ ਗਿਆਨ ਦਾ ਖਜ਼ਾਨਾ, ਗਿਆਨ ਦਾ ਸਾਗਰ ਹੈ।
ਤੇ ਪਸ਼ੂਆਂ ਨੂੰ ਕੀ ਪਤਾ ਲੱਗੂਗਾ, ਉਹਦਾ ਟੱਕਰਾਂ ਮਾਰਨਗੇ ਆ ਕੇ। ਦੇਖੋ ਉਹਨਾਂ ਨੂੰ ਜਿਹੜੇ ਮਰਜ਼ੀ ਕਾਲਜ ਜਾ ਕੇ ਪੜ੍ਹਾ ਲਿਓ, ਗੇੜੇ ਕਢਾ ਲਿਓ, 2 ਸਾਲ 4 ਸਾਲ ਦਾ ਡਿਪਲੋਮਾ ਕੋਰਸ ਕਰਵਾ ਲਿਓ, ਉਹਨਾਂ ਨੇ ਆ ਕੇ ਆਪਣੀ ਕਰਤੂਤ ਕਰਨੀ ਹੀ ਕਰਨੀ ਆ, ਉਹ ਨਹੀਂ ਹਟਣਗੇ। ਕੁੱਤਿਆਂ ਨੂੰ ਜਿੰਨਾ ਮਰਜ਼ੀ ਸਮਝਾ ਲਓ, ਠੀਕ ਆ, ਪਰ ਅੱਜ ਸਾਡੀ ਦੁਨੀਆ ਜਿਹੜੀ ਕੁੱਤਿਆਂ ਬਿੱਲਿਆਂ 'ਚ ਹੀ ਹੋ ਗਈ, ਹੋਰ ਉਹਨਾਂ ਕੋਲੇ ਕੰਮ ਕੋਈ ਨਹੀਂ ਹੈ। ਚਲੋ ਵਾਹਿਗੁਰੂ ਭਲਾ ਕਰੇ। ਇੱਥੇ ਕਹਿਣ ਤੋਂ ਭਾਵ ਪਸ਼ੂ ਕੌਣ ਹੈ? ਅਸੀਂ ਆ। ਅਸੀਂ ਪਸ਼ੂ ਕਿਵੇਂ ਆ? ਪਸ਼ੂ ਵਿੱਚ ਰਿਸ਼ਤੇਦਾਰੀ ਨਾਂ ਦੀ ਕੋਈ ਚੀਜ਼ ਨਹੀਂ ਹੈ, ਤੇ ਜੇ ਅਸੀਂ ਇੱਜ਼ਤ ਤੋਂ ਗਿਰ ਗਏ, ਸਾਡੇ ਜੀਵਨ ਵਿੱਚ ਵੀ ਰਿਸ਼ਤੇਦਾਰੀ ਨਾਂ ਦੀ ਕੋਈ ਚੀਜ਼, ਭੈਣ ਭਰਾਵਾਂ ਵਾਲੀ ਚੀਜ਼ ਨਹੀਂ ਹੋਵੇਗੀ। ਫਿਰ ਸਾਨੂੰ ਗੁਰੂ ਸਾਹਿਬ ਨੇ ਪਸ਼ੂ ਕਿਹਾ ਵੀ ਜੇ ਤੇਰਾ ਦਿਮਾਗ, ਅਜਾਮਲ ਪਸ਼ੂ ਸੀ, ਉਹਨੂੰ ਨਹੀਂ ਸੀ ਪਤਾ ਲੱਗਦਾ। ਗਣਕਾ ਪਸ਼ੂ ਸੀ, ਉਹਨੂੰ ਪਤਾ ਨਹੀਂ ਸੀ ਲੱਗਦਾ। ਭੂਮੀਆਂ ਚੋਰ ਪਸ਼ੂ ਸੀ, ਉਹਨੂੰ ਪਤਾ ਨਹੀਂ ਸੀ ਲੱਗਦਾਗਾ। ਸੱਜਣ ਠੱਗ ਪਸ਼ੂ ਸੀ, ਉਹ ਪਸ਼ੂਆਂ ਦੇ ਗਿਆਨ ਦਾ ਟੀਕਾ ਲੱਗਿਆ। ਗੁਰੂ ਨਾਨਕ ਸਾਹਿਬ ਨੇ ਪਸ਼ੂ ਵਿਰਤੀ ਤੋਂ ਪੱਟ ਕੇ ਨਾ ਜਗਿਆਸੂ ਬਣਾਤੇ। ਉਹ ਹੁਣ ਸਾਡੀ ਵਿਰਤੀ ਹੋ ਸਕਦੀ ਆ ਵੀ ਜੇ ਉਦਾਂ ਦੀ ਵਿਰਤੀ ਹੈ ਤਾਂ ਅਸੀਂ ਖੁਦ ਪਸ਼ੂ ਹਾਂ। ਚਲੋ ਇਹ ਤੇ ਵਿਆਖਿਆ ਬਹੁਤ ਵੱਡੀ ਹੈ, ਪਰ ਸੰਖੇਪ। 2 ਨੰਬਰ ਤੇ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਪ੍ਰੇਤ। ਪ੍ਰੇਤ ਦਾ ਅਰਥ ਹੁੰਦਾ ਗੁਜਰਿਆ ਹੋਇਆ। ਤੇ ਜਿੱਦਾਂ ਬਾਬਿਆਂ ਨੂੰ ਪੁੱਛਾਂਗੇ ਫਿਰ ਤਾਂ ਉਹ ਪ੍ਰੇਤ ਦਾ ਅਰਥ ਕਿਸੇ ਹੋਰ ਰੂਪ 'ਚ ਕਰਨਗੇ ਵੀ ਸਿੰਘ ਹੁੰਦੇ ਨੇ, ਪੁੱਠੇ ਹੱਥ, ਪੁੱਠੇ ਪੈਰ, ਖੁੱਲੇ ਵਾਲ, ਵੱਡੇ ਵੱਡੇ ਦੰਦ, ਆਹ ਪ੍ਰੇਤ ਹੁੰਦੇ ਨੇ। ਪਰ ਜਦੋਂ ਆਪਾਂ ਗੁਰੂ ਨੂੰ ਪੁੱਛਾਂਗੇ, ਗਿਆਨ ਸਾਗਰ ਤੋਂ ਪੁੱਛਾਂਗੇ ਨਾ, ਤੇ ਫਿਰ ਉੱਥੇ ਮਾਲਕ ਦੱਸੂਗਾ। ਤੇ ਇੱਥੇ ਪ੍ਰੇਤ ਦਾ ਅਰਥ ਹੁੰਦਾ ਗੁਜਰਿਆ ਹੋਇਆ। ਗੁਜਰੇ ਹੋਇਆ, ਤੇ ਗੁਜਰੇ ਹੋਏ ਦਾ ਅਰਥ ਕੀ ਹੋ ਗਿਆ? ਵੀ ਜਿਹੜਾ ਮਰ ਚੁੱਕਿਆ ਗਾ, ਜਿਹੜਾ ਮਰ ਗਿਆ। ਆਪਾਂ ਆਮ ਹੀ ਕਹਿੰਦੇ ਫਲਾਨਾ ਤਾਂ ਗੁਜਰ ਗਿਆ, ਖਤਮ ਹੋ ਗਿਆ। ਭਾਵ ਅਸੀਂ ਰੁਤਬਾ ਕਿਤੋਂ ਪਸ਼ੂ ਪ੍ਰੇਤ ਬਣ ਗਿਆ, ਬਸ ਕੋਈ ਭੂਤ ਪ੍ਰੇਤ ਬਣ ਗਿਆ ਹੋਊਗਾ। ਹੁਣ ਦੇਖੋ ਇੱਥੇ ਜਿਹੜਾ ਗੁਜਰ ਗਿਆ ਨਾ, ਉਹਦੀ ਗੱਲ ਵੀ ਨਹੀਂ ਹੈ ਬਾਣੀ 'ਚ। ਜੇ ਆਪਾਂ ਕਹੀਏ ਨਾ ਵੀ ਕਲਾਸ ਗੁਰੂ ਸਾਹਿਬ ਜਿਹੜਾ ਗੁਜਰ ਗਿਆ ਉਹਦੀ ਲਾ ਰਹੇ, ਨਾ 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 ਨਾ, ਉਹ ਸਰੀਰ ਕਰਕੇ ਇੱਥੇ ਆਉਂਦਾ, ਸ਼ਾਬਾਸ਼ੇ ਦਾ ਪਾਤਰ ਸੀ। ਪਰ ਜਦੋਂ ਹੁਣ ਗੁਜਰੀ ਗਿਆ, ਗੁਜਰੇ ਹੋਏ ਦੀ ਕੋਈ ਗੱਲ ਨਹੀਂ ਹੈ ਇੱਥੇ। ਪਰ ਇੱਥੇ ਗੁਜਰਿਆ ਹੋਇਆ ਕਿਹਨੂੰ ਕਿਹਾਗਾ? ਸਾਨੂੰ ਕਿਹਾ। ਕਈ ਵਾਰ ਆਪਾਂ ਆਪਣੇ ਜੀਵਨ ਤੋਂ ਗੁਜਰ ਜਾਂਦੇ ਆ, ਆਪਾਂ ਆਪਣੇ ਜੀਵਨ ਤੋਂ ਗੁਜਰ ਜਾਂਦੇ ਆ। ਕਿਸੇ ਦਾ ਵਿਵਹਾਰ ਮਾੜਾ ਹੋਵੇ, ਆਪਾਂ ਕਹਿੰਦੇ ਤਾਂ ਗਿਆ ਗੁਜਰਿਆ ਯਾਰ, ਇਹਦਾ ਕੀ ਨਾਂ ਲੈਣਾਗਾ। ਕਿਸੇ ਵੀ ਕੰਮ ਦੇ ਵਿੱਚ ਕੋਈ ਵੀ ਬੰਦਾ ਮਾੜੇ ਕੰਮ ਕਰਨ ਲੱਗ ਜੇ ਨਾ, ਆਪਾਂ ਉਹਨੂੰ ਹੀ ਕਹਿ ਦਿੰਦੇ ਤਾਂ ਗਿਆ ਗੁਜਰਿਆ ਯਾਰ, ਇਹ ਤਾਂ ਇੱਜ਼ਤ ਤੋਂ ਗੁਜਰਿਆ ਹੋ ਯਾਰ, ਇਹਦਾ ਕੀ ਨਾਂ ਲੈਣਾ ਆਪਾਂ। ਭਾਵ ਗੁਜਰਿਆ ਹੋਇਆ ਪ੍ਰੇਤ ਰੂਪ ਮਨੁੱਖ ਹੁੰਦਾਗਾ, ਜਿਹੜਾ ਘਟੀਆ ਕੰਮ ਕਰੇ, ਅਕਲ ਨਾ ਹੋਵੇ, ਵਡਿਆਈ ਗੁਰੂ ਦੀ ਕਰਦਾ ਨਾ ਹੋਵੇ, ਗੁਰੂ ਨਾਲ ਜੁੜਿਆ ਨਹੀਂ ਹੈ। ਫਿਰ ਅਜਿਹੇ ਗੁਰੂ ਨਾਲੋਂ ਟੁੱਟੇ ਹੋਏ, ਗੁਜਰੇ ਹੋਏ ਬੰਦੇ ਨੂੰ ਗੁਰੂ ਦੇ ਗਿਆਨ ਦੀ ਲੋੜ ਹੈ। ਗੁਰੂ ਦਾ ਗਿਆਨ ਗੁਜਰੇ ਹੋਇਆਂ ਨੂੰ ਭਵਿੱਖ ਕਾਲ ਵਿੱਚ ਜਾਂ ਵਰਤਮਾਨ ਵਿੱਚ ਲਿਆਉਂਦਾਗਾ। ਤੇ ਆਪਾਂ ਜੇ ਗੁਜਰੇ ਹੋਏ ਆ ਤੇ ਗੁਰੂ ਨਾਲ ਜੁੜਾਂਗੇ ਤਾਂ ਅੱਗੇ ਆਪਾਂ ਨੂੰ ਜ਼ਰੂਰ ਲੈ ਕੇ ਆਵੇਗਾ। ਪਾਤਸ਼ਾਹ ਨੇ ਅੱਗੇ ਜ਼ਿਕਰ ਕੀਤਾ ਮੁਗਧ। ਮੁਗਧ ਹੁੰਦਾ ਮੂਰਖ, ਤੇ ਜਿੰਨੇ ਭੁੰਦੜ 'ਚ ਮੂਰਖ ਨੇ ਇਕੱਠੇ ਕਰ ਲਓ, ਸਾਰਿਆਂ ਦੀ ਕਲਾਸ ਨਾਲ ਲੱਗ ਜਾਓ। ਮੈਂ ਤਾਂ ਨਹੀਂ ਕਹਿੰਦਾ ਵੀ ਉਹ ਸੰਭਲ ਜਾਣਗੇ। ਭਾਵ ਜਿਹੜੇ ਦਿਮਾਗੀ ਤੌਰ ਤੇ ਅਪਸੈਟ ਨੇ, ਆਪਾਂ ਉਹਨਾਂ ਨੂੰ ਘਰੋਂ ਹੀ ਵਰਕਾ ਪਾੜਦੇ ਨੇ ਵੀ ਤੁਰਿਆ ਫਿਰਦੇ ਜਿੱਧਰ ਮਰਜ਼ੀ ਜਾਵੇ। ਜੇ ਕਿਸੇ ਮਾਂ ਦਾ ਬੱਚਾ ਅਪਸੈਟ ਆ ਨਾ, ਉਹ ਥੋੜਾ ਟਾਈਮ ਬਹੁਤ ਤਰਸ ਕਰਦੀ ਹੈ ਵੀ ਮੇਰਾ ਪੁੱਤ ਕੀ ਬਣੂ ਕੀ ਨਾ, ਮੁੜ ਕੇ ਉਹਦੀ ਆਦਤ ਬਣ ਜਾਂਦੀ ਹੈ, ਮੁੜ ਕੇ ਗਲੀਆਂ 'ਚ ਤੁਰਿਆ ਫਿਰਦਾ ਪਾਗਲ। ਉਹਦੇ ਤੇ ਕਿਸੇ ਵੀ ਗਿਆਨ ਦਾ ਕੋਈ ਅਸਰ ਨਹੀਂ ਹੁੰਦਾ, ਕਿਸੇ ਸਕੂਲ ਦੇ ਟੀਚਰ ਦਾ ਕੋਈ ਅਸਰ ਨਹੀਂ ਹੁੰਦਾ, ਕਿਸੇ ਪਿੰਡ ਦੇ ਧਾਰਮਿਕ ਵਿਅਕਤੀ ਦਾ ਕੋਈ ਅਸਰ ਨਹੀਂ ਹੁੰਦਾ। ਇੱਥੇ ਉਹ ਮੂਰਖ ਦੀ ਗੱਲ ਨਹੀਂ ਹੈ। ਇੱਥੇ ਮੂਰਖ ਕੌਣ ਆ? ਅਸੀਂ ਆ। ਜਾਣ ਬੁੱਝ ਕੇ ਮੂਰਖ ਬਣੇ ਹੋਏ ਆ। ਸਾਡੇ ਵਰਗੇ ਮੂਰਖਾਂ ਨੂੰ ਗੁਰੂ ਸਿਆਣੇ ਬਣਾ ਦਿੰਦਾਗਾ ਭਾਈ। ਮਨ ਸਮਝਾਵਣ ਕਾਰਨੇ ਥੋੜਾ ਜਿਹਾ ਬਸ ਕਛੂਕ ਪੜੀਆ ਗਿਆਨ, ਫਿਰ ਗਿਆਨ ਪ੍ਰਾਪਤ ਕਰਨ ਦੇ ਨਾਲ ਅਸੀਂ ਮੂਰਖ ਵਿਰਤੀ ਵਿੱਚੋਂ ਟੁੱਟ ਕੇ ਸਿਆਣੀ ਵਿਰਤੀ ਵਿੱਚ ਪ੍ਰਵੇਸ਼ ਹੋ ਜਾਂਦੇ ਹਾਂ। ਤਾਈਓ ਪਾਤਸ਼ਾਹ ਨੇ ਲਿਖਿਆ ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਣ ਪਾਰ ਉਤਾਰੇ। ਅੱਗੇ ਗੱਲ ਕੀਤੀ ਹੈ ਪੱਥਰ ਦੀ। ਪੱਥਰ ਕਦੇ ਵੀ ਪਾਣੀ 'ਚ ਨਹੀਂ ਤਰ ਸਕਦਾਗਾ, ਪਰ ਸਾਡਾ ਮਨ ਪੱਥਰ ਆ, ਬਾਣੀ ਗਿਆਨ ਰੂਪੀ ਪਾਣੀ ਆ। ਉਹ ਪਾਣੀ ਦੇ ਨਾਲ ਜੁੜ ਕੇ ਸੀ ਨਾ, ਫਿਰ ਇਹ ਦੁਨੀਆ ਦੇ ਵਿੱਚ ਜ਼ਰੂਰ ਤਰ ਜਾਵਾਂਗੇ। ਉਹ ਪਾਣੀ ਦੀ ਪ੍ਰਾਪਤੀ ਕਰਕੇ ਨਾ, ਅੰਮ੍ਰਿਤਮਈ ਬਾਣੀ ਦੀ ਪ੍ਰਾਪਤੀ ਕਰਕੇ ਤਰ ਜਾਵਾਂਗੇ। ਫਿਰ ਲਾਸਟ ਵਿੱਚ ਪਾਤਸ਼ਾਹ ਨੇ ਇਸ਼ਾਰਾ ਕੀਤਾ, ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਿਹਾਰੈ। ਮੈਂ ਤਾਂ ਮਾਲਕ ਜੀ ਤੇਰੀ ਸ਼ਰਨ ਵਿੱਚ ਆ ਗਿਆ, ਤਾਂ ਇੱਥੋਂ ਮੈਂ ਸਦਾ ਹੀ ਸਦਕੇ ਜਾਂਦਾ ਹਾਂ, ਸਦਾ ਹੀ ਬਲਿਹਾਰ ਜਾਂਦਾ ਹਾਂ, ਤੇ ਇੱਥੋਂ ਸਦਾ ਹੀ ਕੁਰਬਾਨ ਜਾਂਦਾ ਹਾਂ। ਇਹ ਗੱਲ ਕਿੱਦੇ ਕਹੀ ਆ? ਜਿੱਦੇ ਅਸੀਂ ਭਾਈ ਆਪਣੇ ਜੀਵਨ ਨੂੰ ਆ 3 ਪੱਖਾਂ ਤੋਂ ਬਚਾ ਲਿਆ।
ਪਸ਼ੂ ਬਿਰਤੀ ਤੋਂ ਬਚਾ ਲਿਆ, ਮੂਰਖ ਬਿਰਤੀ ਤੋਂ ਬਚਾ ਲਿਆ, ਪੱਥਰ ਬਿਰਤੀ ਤੋਂ ਬਚਾ ਲਿਆ, ਤੇ ਜਿਸ ਦਿਨ ਅਸੀਂ ਆਪਣੇ ਆਪ ਨੂੰ ਪ੍ਰੇਤ ਬਿਰਤੀ ਤੋਂ ਬਚਾ ਲਿਆ, ਫਿਰ ਉਸ ਦਿਨ ਜਦੋਂ ਸਾਡੀ ਸੋਭਾ ਹੋਈ ਨਾ ਦੁਨੀਆ ਦੇ ਵਿੱਚ, ਤੇ ਫਿਰ ਆਪਾਂ ਗੁਰੂ ਕੋਲੇ ਆ ਕੇ ਕਵਾਂਗੇ, ਸੱਚੇ ਪਾਤਸ਼ਾਹ ਜੇ ਸਾਡੀ ਵਡਿਆਈ ਆ, ਜੇ ਸਾਡੀ ਸੋਭਾ, ਜੇ ਸਾਡੇ ਨਾਲ ਕੋਈ ਨਾ ਕੋਈ ਜੁੜਿਆ ਨਾ, ਕੋਈ ਸਾਨੂੰ ਸ਼ਾਬਾਸ਼ੇ ਦੇ ਰਿਹਾ ਗਾ, ਤਾਂ ਉਹ ਸਭ ਤੇਰੀ ਵਜ੍ਹਾ ਕਰਕੇ ਹੈ। ਉਹਦੀ ਵਜ੍ਹਾ ਫਿਰ ਤਾਂ ਮਹਿਸੂਸ ਹੋਵੇਗੀ ਜਦੋਂ ਆਪਾਂ ਗਿਆਨ ਪ੍ਰਾਪਤ ਕਰਾਂਗੇ। ਫਿਰ ਪਾਤਸ਼ਾਹ ਜੀ ਕਹਿੰਦੇ, ਨਾਨਕ ਦਾਸ ਤੇਰੀ ਸ਼ਰਨਾਈ ਸਦਾ ਸਦਾ ਬਲਿਹਾਰ ਹੈ। ਭੁੱਲਾਂ ਦੀ ਖਿਮਾ। ਸਮਾਂ ਹੋ ਗਿਆ ਆਪਣਾ। ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ। ਬੜੀਆਂ ਭੁੱਲਾਂ ਰਹਿ ਜਾਂਦੀਆਂ ਨੇ। ਸਭ ਦਾ ਧੰਨਵਾਦ। ਵਾਹਿਗੁਰੂ ਜੀ ਕਾ